ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਰ ਰੋਜ਼ ਦੀ ਤਰ੍ਹਾਂ ਅਸੀਂ ਹਾਜ਼ਰ ਹਾਂ ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਬਹੁਤ ਵਧੀਆ, ਚੜ੍ਹਦੀ ਕਲਾ ਜ਼ਿੰਦਾਬਾਦ। ਕੀ ਬਾਤ ਹੈ। ਤੇ ਅੱਜ ਤਾਂ ਮੌਸਮ ਵੀ ਜ਼ਿੰਦਾਬਾਦ ਵੇ ਕਮਾਲ ਹੋਈ ਪਈ ਆ ਜੀ। ਬਾਹਰ ਭੂਰ ਪਈ ਜਾਂਦੀ ਆ, ਹਾਂ ਲਗਾਤਾਰ ਬੂੰਦਾਬਾਂਦੀ ਹੋ ਰਹੀ ਆ। ਭੂਰ ਨਹੀਂ ਕਹਿ ਸਕਦੇ, ਇਹ ਤਾਂ ਝੜੀ ਲੱਗੀ ਹੋਈ ਐ ਅਸਲ। ਹਾਂ ਚਲੋ ਐਂ ਕਹਿ ਲਓ ਜੀ ਵੀ ਲਗਾਤਾਰ ਮੀਂਹ ਪਈ ਜਾਂਦਾ ਤੇ ਮੈਂ ਵੀ ਦਫ਼ਤਰ ਆਉਂਦਾ ਭਿੱਜ ਗਿਆ ਆਹ ਤੇ ਆ ਕੇ ਸਾਰੇ ਲੀੜੇ ਲੱਤੇ ਸੁਕਾਏ ਆ। ਹਾਂ ਤੇ ਭਾਈ ਪੂਰੇ ਪੰਜਾਬ ਦੇ ਕਈ ਹਿੱਸਿਆਂ ਚੋਂ ਖਬਰਾਂ ਆਈਆਂ ਵੀ ਕਈ ਥਾਵਾਂ ਤੇ ਭਰਮਾ ਮੀਂਹ ਪੈ ਗਿਆ ਤੇ ਕਈ ਥਾਵਾਂ ਤੇ ਝੜੀ ਵਾਲਾ ਤੇ ਕਈ ਥਾਵਾਂ ਤੇ ਬਦਲੀ ਆਉਂਦੀ ਹੈ ਤੇ ਕਦੇ ਜਾਂਦੀ ਹੈ, ਉੱਥੇ ਪੈ ਜਾਣਾ। ਜੀ ਬਿਲਕੁਲ ਸਹੀ। ਤੇ ਇੱਕ ਗੱਲ ਸੱਚੋ ਸੱਚ ਦੱਸਿਓ, ਹਾਂ ਮੀਂਹ ਦੇ ਵਿੱਚ ਭਿੱਜ ਕੇ ਸਵਾਦ ਆਇਆ? ਬਚਪਨ ਚੇਤੇ ਆਇਆ? ਬਿਲਕੁਲ ਚੇਤੇ ਆਇਆ। ਜਦੋਂ ਅਸੀਂ ਸਕੂਲ ਜਾਂਦੇ ਸੀ ਨਾ ਬਸਤਾ ਲੈ ਕੇ, ਤੇ ਬਸਤਾ ਪਾਇਆ ਹੋਣਾ ਮੋਢਿਆਂ ਦੇ ਵਿੱਚ, ਤੇ ਜਦੋਂ ਪਰਨਾਲੇ ਚੱਲਣੇ, ਕੱਚੇ ਘਰ ਹੁੰਦੇ ਸੀ ਉਹਦੇ ਥੱਲੇ ਖੜੇ, ਪਰਨਾਲੇ ਦੇ ਥੱਲੇ ਖੜ ਜਾਣਾ। ਇੰਨੀ ਥੋੜੀ ਸਮਝ ਹੁੰਦੀ ਸੀ ਵੀ ਕਿਤਾਬਾਂ ਕਾਪੀਆਂ ਭੇਜਣੀਆਂ ਜੀ। ਸੋ ਫਿਰ ਘਰਦੇ ਨੇ ਜਾਂਦੇ ਦੀ ਫੱਟੀ ਪੋਚ ਦੇਣੀ ਚੰਗੀ ਤਰ੍ਹਾਂ ਤੇ ਬਸ ਠੀਕ ਆ। ਫਿਰ ਜੀ ਮੈਨੂੰ ਹਾਲੇ ਵੀ ਯਾਦ ਹੈ ਜੀ, ਟਾਣਾ ਸਾਹਿਬ ਨਿੱਕੇ ਨਿੱਕੇ ਹੁੰਦੇ ਸੀ ਨਾ, ਤੇ ਮੀਂਹ ਪੈਣਾ ਤੇ ਜਾਣ ਕੇ ਜਿੱਥੇ ਪਾਣੀ ਵਧੇਰੇ ਭਰਿਆ ਹੋਣਾ ਕਿਸੇ ਟੋਏ ਦੇ ਵਿੱਚ ਜਾਂ ਕਿਤੇ ਸੜਕ ਦੇ ਕੰਢੇ ਦੇ ਉੱਤੇ ਹਨਾ, ਤਾਂ ਤੁਰੇ ਆਉਂਦੇ ਨੇ ਜਾਣ ਕੇ ਪੈਰ ਉਹਦੇ ਵਿੱਚ ਪਾਉਣੇ ਹਨਾ। ਫਿਰ ਉਹ ਬੂਟਾ 'ਚ ਕੜੱਪ ਹੁੰਦੀ ਸੀ ਹਨਾ, ਉਹ ਪਾਣੀ ਜਿਹੜਾ ਆ ਉਹ ਅੰਦਰ ਸਾਰਾ ਵੜ ਜਾਣਾ। ਉਹ ਕੜੱਪ ਸੁਣ ਕੇ ਖੁਸ਼ ਹੋਈ ਜਾਣਾ ਜੀ ਹਨਾ, ਦੇਖੋ ਸਾਡੇ ਬੂਟ ਕਿਵੇਂ ਆਵਾਜ਼ ਕਰਦੇ ਆ ਜੀ। ਬਿਲਕੁਲ। ਔਰ ਉਸ ਤੋਂ ਬਾਅਦ ਵਿੱਚ ਨਾ ਜਦੋਂ ਜਰਾਬਾਂ ਉਤਾਰਨੀਆਂ ਤੇ ਫਿਰ ਉਹ ਕਿਉਂਕਿ ਪੈਰ ਜਿਹੜੇ ਆ ਉਹ ਤੁਹਾਨੂੰ ਪਤਾ ਚਿੱਟੇ ਚਿੱਟੇ ਜਿਹੇ ਹੋ ਜਾਂਦੇ ਆ, ਇਕੱਠਾ ਜਾ ਹੋ ਜਾਂਦਾ। ਹਾਂ ਉਹ ਵੇਖ ਕੇ ਖੁਸ਼ ਹੋ ਜਾਣਾ ਵੀ ਪੈਰ ਕਿੰਨੇ ਗੋਰੇ ਚਿੱਟੇ ਹੋ ਗਏ। ਕਿਆ ਗੱਲਾਂ ਬਾਤਾਂ ਸੀ, ਉਹ ਦਿਨ ਹੋਰ ਸੀ। ਅੱਜ ਗੱਲਾਂ ਹੋਰ ਆ। ਅਸੀਂ ਤਾਂ ਮੀਂਹ ਦੇ ਵਿੱਚ ਨਹਾਉਣ ਨੂੰ ਬੜਾ ਮਾਣ ਸਮਝਦੇ ਸੀ। ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਵਰਾਦੇ ਜ਼ੋਰੋ ਜ਼ੋਰ, ਇਹ ਕਹਿੰਦੇ ਰਹਿਣਾ। ਪਰ ਅੱਜ ਉਹ ਗੱਲਾਂ ਮੁੱਕ ਗਈਆਂ ਜਾਂ ਬਹੁਤ ਘਟ ਗਈਆਂ। ਅੱਜ ਤਾਂ ਨਿਆਣੇ ਨੂੰ ਪਹਿਲੇ ਕਹਿ ਜਾਣਾ, ਬੇਟਾ ਬਾਹਰ ਰੇਨਿੰਗ ਹੈ, ਅੰਦਰ ਆ ਜਾਓ। ਆਏ ਹਾਏ ਬਾਹਰ ਨਹੀਂ ਜਾਣਾ, ਅਲਰਜੀ ਹੋ ਜਾਏਗੀ ਬੇਟਾ। ਹੁਣ ਗੱਲਾਂ ਹੋਰ, ਉਦੋਂ ਗੱਲਾਂ ਹੋਰ ਸੀ। ਦੇਖੋ ਮੈਨੂੰ ਲੱਗਦਾ ਜੇ ਕਿਤੇ ਸੱਟ ਵੱਜਣੀ, ਖੂਨ ਨਿਕਲਣਾ, ਤੇ ਉਸ ਜਿੱਥੋਂ ਲਹੂ ਨਿਕਲਦਾ ਉੱਥੇ ਮਿੱਟੀ ਦੀ ਬੁੱਕ ਪਾ ਲੈਣੀ ਇੱਕ ਵੀ ਆ ਲੈ ਹੁਣ ਖਤਮ। ਵੈਸੇ ਜੇ ਕਿਤੇ ਰਗੜ ਲੱਗ ਜਾਣੀ ਤੇ ਥੁੱਕ ਲਾ ਲੈਣੀ ਉੱਥੇ ਵੀ ਠੀਕ ਹੋ ਜਾਣੀ, ਕੋਈ ਗੱਲ ਨਹੀਂ ਹੈ ਨਾ, ਇਹਦੇ ਨਾਲ ਹੀ ਆਪਾਂ ਠੀਕ ਹੋ ਜਾਈਦਾ। ਗੱਲਾਂ ਹੀ ਹੋਰ ਸੀ। ਬਿਲਕੁਲ ਉਹ ਵੇਲਾ ਸੀ ਜਦੋਂ ਸਾਡੇ ਵੀ ਪਾਣੀ 'ਚ ਜਹਾਜ਼ ਚੱਲਦੇ ਹੁੰਦੇ ਸੀ। ਅੱਜ ਨਹੀਂ ਚੱਲਦੇ। ਕੀ ਬਾਤ ਹੈ ਟਾਣਾ ਸਾਹਿਬ। ਪਰ ਗੱਲ ਇਹ ਹੈ ਕਿ ਮੈਨੂੰ ਨਹੀਂ ਪਤਾ ਤੁਹਾਡੇ ਵਾਲੇ ਰਿਵਾਜ ਹੋਊਗਾ ਕਿ ਨਹੀਂ, ਸਾਡੇ ਦੁਆਬੇ ਦੇ ਵਿੱਚ ਕਿਉਂਕਿ ਪੁਰ ਬਹੁਤ ਨੇ, ਹਰੇਕ ਮਤਲਬ ਜ਼ਿਆਦਾਤਰ ਅਸੀਂ ਜਿਵੇਂ ਤੁਹਾਡੇ ਪੁਰ ਆ ਨਾ, ਜਿਵੇਂ ਸੰਸਾਰਪੁਰ, ਭੋਗਪੁਰ, ਆਦਮਪੁਰ, ਬੁਲੰਦਪੁਰ, ਸਾਰੇ ਇਦਾਂ। ਸਾਡੇ ਉਧਰ ਮਲ ਵਿੱਚ ਬਹੁਤੇ ਵਾਲਾ ਤੇ ਵਾਲੀ ਆ, ਮਿਸ਼ਰੀ ਵਾਲਾ, ਝੋਟੀ ਵਾਲਾ, ਮਈਆਂ ਵਾਲਾ, ਇਹ ਸਿਰਫ ਵਾਲਾ ਤੇ ਵਾਲੀ ਜੀ। ਤੇ ਸਾਡੇ ਨਾ ਇਹ ਦੁਆਬੇ ਦੇ ਵਿੱਚ ਮੈਂ ਆਮ ਹੀ ਵੇਖਿਆ ਘਰਾਂ 'ਚ ਰਿਵਾਜ ਹੁੰਦਾ ਸੀ ਕਿ ਜੇ ਕਿਤੇ ਹਵਾ ਨਾ ਚੱਲਣੀ, ਹੁਮ ਜਿਹਾ ਹੋ ਜਾਂਦਾ, ਗੁੰਮ ਜਿਹਾ ਹੋ ਜਾਂਦਾ ਹੈ ਨਾ, ਤੇ ਫਿਰ ਨਾ ਪੁਰ ਗਿਣਨੇ, ਕਹਿਣਾ ਪੁਰ ਗਿਣੋ ਹਵਾ ਚੱਲੇਗੀ। ਤੇ ਅਸੀਂ ਨਿੱਕੇ ਨਿੱਕੇ ਤੇ ਅਸੀਂ ਭੈਣ ਭਰਾਵਾਂ ਨੇ ਸਾਰਿਆਂ ਨੇ ਹਨਾ ਰਲ ਕੇ ਤੇ ਜਿਹਦੇ ਮੂੰਹ 'ਚ ਜਿਹੜਾ ਪੁਰ ਵਾਲੇ ਨਾਂ ਚੇਤੇ ਕਰਨੇ, ਆਦਮਪੁਰ, ਸੰਸਾਰਪੁਰ ਹਨਾ, ਜਮਸ਼ੇਦਪੁਰ, ਏਦਾਂ ਦੇ ਪੁਰ ਗਿਣਨੇ। ਤੇ ਸੱਚੀ ਕਿਤੇ ਜੇ ਇੱਕ ਅੱਧਾ ਪੱਤਾ ਹਿਲ ਜਾਣਾ ਤਾਂ ਐਂ ਲੱਗਣਾ ਵੀ ਨਹੀਂ ਰੱਬ ਸੁਣਦਾ ਸਾਡੀ, ਪੁਰ ਗਿਣਨ ਨਾਲ ਹਵਾ ਵਗ ਗਈ। ਵਾਹ ਕਿਆ ਬਾਤ ਆ। ਪਰ ਅੱਜ ਬੜੀ ਸੋਹਣੀ ਹਵਾ ਵੀ ਆ, ਅੱਜ ਬੜਾ ਸੋਹਣਾ ਮੌਸਮ ਵੀ ਆ, ਪੂਰਾ ਡਲਹੌਜ਼ੀ ਵਾਲਾ ਅਹਿਸਾਸ ਹੁੰਦਾ। ਇਉਂ ਲੱਗਦਾ ਵੀ ਬਾਹਰ ਕਮਾਲਾਂ ਹੋਈ ਜਾਂਦੀਆਂ ਤੇ ਡਲਹੌਜ਼ੀ ਦੇ ਵਿੱਚ ਹੀ ਬੈਠੇ ਆ। ਸੋ ਭਾਈ ਖੀਰ ਪੂੜੇ ਬਣਾ ਲਓ, ਖਾ ਲਓ, ਸਾਨੂੰ ਵੀ ਖਵਾ ਲਓ, ਕੋਈ ਗੱਲ ਨਹੀਂ। ਆ ਜਿਹੜੀ ਬਾਅਦ ਚ ਗੱਲ ਕੀ ਜਿਆਦਾ ਅੱਛੀ ਲੱਗੀ। ਹਾਂ ਵਧੀਆ ਗੱਲ ਆ। ਦੇਖੋ ਮੈਂ ਤਾਂ ਮੰਗ ਹੀ ਲੈਣਾ ਹੁੰਦਾ ਟੱਬਰ ਦੇ ਜੀਆਂ ਤੋਂ, ਪਿਆਰ ਮੁਹੱਬਤ ਦੀ ਗੱਲ ਆ। ਬਿਲਕੁਲ ਸਹੀ। ਤੇ ਆਪਾਂ ਚਾਹੀਦੇ ਵਿਚਾਰ ਦੀ ਸਾਂਝ ਪਾ ਲਈਏ। ਬਿਲਕੁਲ ਜੀ। ਸੰਤ ਸਿੰਘ ਮਸਕੀਨ ਜੀ ਦਾ ਲਿਖਿਆ ਹੋਇਆ ਕਿ ਕਫਨ, ਜਨਾਜ਼ੇ ਤੇ ਸ਼ਮਸ਼ਾਨ ਤਾਂ ਸਿਰਫ ਗੱਲਾਂ ਹੀ ਆ। ਇਨਸਾਨ ਤਾਂ ਉਦੋਂ ਹੀ ਮਰ ਜਾਂਦਾ ਜਦੋਂ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਵੇ। ਕੀ ਬਾਤ ਹੈ। ਆਪਾਂ ਨਾ ਐਵੇਂ ਕਹਿ ਦਿੰਦੇ ਵੀ ਇਨਸਾਨੀਅਤ ਉਹਦੇ ਅੰਦਰ ਹੈਗੀ ਆ, ਪਰ ਇਹ ਗੱਲ ਦੇਖਣੀ ਪਰਖਣੀ ਫਿਰ ਉਸ ਤੋਂ ਬਾਅਦ ਟਿੱਪਣੀ ਕਰਨੀ ਚਾਹੀਦੀ ਹੈ ਵੀ ਕਈ ਬੰਦੇ ਤਾਂ ਲਾਸ਼ਾਂ ਹੀ ਤੁਰੇ ਫਿਰਦੇ ਆ, ਆਪਾਂ ਨੂੰ ਕਲਬੂਤ ਦਿਸਦੇ ਆ, ਉਹਨਾਂ ਦੇ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਹੈ ਨਹੀਂ। ਬਸ ਉਹਨਾਂ ਨੂੰ ਆਪਾਂ ਢਾਂਚਾ ਵੇਖ ਕੇ ਕਹੀ ਜਾਂਦੇ ਇਹ ਵੀ ਮਨੁੱਖੀ ਆ, ਇਹ ਵੀ ਇਨਸਾਨੀ ਆ। ਉਹ ਇਨਸਾਨ ਕਰ ਜਿਹਦੇ ਵਿੱਚ ਇਨਸਾਨੀਅਤ ਹੈ ਨਹੀਂ। ਕੀ ਬਾਤ ਹੈ। ਤੇ ਦੇਖੋ ਤੁਸੀਂ ਕਿੱਡੀ ਵੱਡੀ ਚੀਜ਼ ਹੈ ਕਿ ਇਨਸਾਨ ਹੈਗੇ ਨੇ, ਇਨਸਾਨੀਅਤ ਹੈ ਨਹੀਂ ਗੀ ਹੈ ਨਾ। ਕਿਉਂਕਿ ਅਸੀਂ ਜ਼ਿਆਦਾਤਰ, ਮੈਂ ਟਾਣਾ ਸਾਹਿਬ ਵੇਖਦੀ ਹੁੰਦੀ ਆ, ਅਸੀਂ ਇਸ ਚੀਜ਼ ਦੇ ਉੱਪਰ ਜ਼ੋਰ ਦਿੰਦੇ ਆ ਬੱਚਾ ਪੜ੍ਹ ਜਾਵੇ, ਵੱਡਾ ਅਫਸਰ ਲੱਗ ਜਾਵੇ, ਬੱਚਾ ਜਿਹੜਾ ਉਹ ਇਹ ਗਿਆਨ ਹਾਸਲ ਕਰ ਲੇ, ਉਹ ਗਿਆਨ ਹਾਸਲ ਕਰ ਲੇ, ਪਰ ਇਨਸਾਨੀਅਤ ਦਾ ਗਿਆਨ ਵੀ ਦੇਣਾ ਜ਼ਰੂਰੀ ਹੈ। ਬਿਲਕੁਲ ਸਹੀ ਗੱਲ। ਅਸੀਂ ਧਰਮਾਂ ਦੇ ਝੇੜਿਆਂ ਦੇ ਵਿੱਚ ਬਾਅਦ ਚ ਪਈਏ, ਪਹਿਲਾਂ ਇਨਸਾਨ ਬਣੀਏ, ਕਿਉਂਕਿ ਹਰ ਧਰਮ ਸਾਨੂੰ ਇਨਸਾਨੀਅਤ ਸਿਖਾਉਂਦਾ ਹੈ ਤੇ ਇੱਕ ਚੰਗਾ ਮਨੁੱਖ, ਚੰਗਾ ਇਨਸਾਨ ਬਣਨਾ ਦੱਸਦਾ ਹੈ ਨਾ। ਸੋ ਖੈਰ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰਦੇ ਆ। ਕਹਿੰਦੇ ਮਾਤਾ ਪਿਤਾ ਚਾਹੇ ਅਨਪੜ੍ਹ ਕਿਉਂ ਨਾ ਹੋਣ, ਬੇਬੇ ਬਾਪੂ ਭਾਵੇਂ ਅਨਪੜ੍ਹ ਹੀ ਕਿਉਂ ਨਾ ਹੋਣ, ਪਰ ਸਿੱਖਿਆ ਦੇਣ ਦੇ ਵਿੱਚ
ਤੇ ਸੰਸਕਾਰ ਦੇਣ ਦੇ ਵਿੱਚ ਜਿਹੜੀ ਕਾਬਲੀਅਤ ਉਹਨਾਂ 'ਚ ਹੁੰਦੀ ਹੈ ਉਹ ਦੁਨੀਆ ਦੇ ਕਿਸੇ ਸਕੂਲ 'ਚ ਵੀ ਨਹੀਂ। ਵਾਹ ਕੀ ਬਾਤ ਆ, ਬਹੁਤ ਖੂਬ, ਸ਼ੁਕਰੀਆ, ਸਿਰਾ ਲਾਤਾ। ਉਹ ਜਿਹੜੀ ਹੁੰਦੀ ਨਾ ਆਕਸਫੋਰਡ ਯੂਨੀਵਰਸਿਟੀ, ਹਾਂਜੀ, ਉਹਦੇ ਵਿੱਚੋਂ ਵੀ ਗਿਆਨ ਨਹੀਂ ਮਿਲਦਾ ਜਿਹੜਾ ਬੇਬੇ ਬਾਪੂ ਦੇ ਕੋਲੋਂ ਮਿਲ ਜਾਂਦਾ। ਉਹਨਾਂ ਦੇ ਕੋਲੇ ਉਮਰ ਦਾ ਤਜਰਬਾ ਹੁੰਦਾ, ਉਹਨਾਂ ਨੇ ਉਮਰ ਦਾ ਤਜਰਬਾ ਨਾ ਜਿਹੜਾ ਉਹ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ। ਅਸੀਂ ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜ਼ਿੰਦਗੀ ਦੇ ਵਿੱਚ ਕੀ ਉਤਰਾਅ ਚੜਾਅ ਆਉਂਦੇ ਆ, ਕਿਵੇਂ ਹੇਠਾਂ ਉੱਤੋਂ ਸਾਰੀਆਂ ਗੱਲਾਂ ਚੱਲਦੀਆਂ, ਕਿਵੇਂ ਮਿਹਨਤ ਕਰਨੀ ਆ, ਕਿਵੇਂ ਸੰਘਰਸ਼ ਕਰਨਾ, ਬਾਕਮਾਲ ਉਦਾਹਰਨ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ। ਅਸੀਂ ਬਹੁਤੀ ਵਾਰ ਵੇਖਦੇ ਹਾਂ ਕਿ ਕਈ ਵਾਰ ਅਨਪੜ੍ਹ ਇਨਸਾਨ ਵੀ ਇਹੋ ਜਿਹੀ ਗੱਲ ਕਰ ਜਾਂਦਾ ਹੈ ਜਿਹੜੀ ਪੜ੍ਹੇ ਲਿਖੇ ਤੋਂ ਵੀ ਉਮੀਦ ਨਹੀਂ ਹੁੰਦੀ। ਬਿਲਕੁਲ ਸਹੀ। ਤੇ ਕਈ ਵਾਰ ਪੜ੍ਹਿਆ ਲਿਖਿਆ ਵੀ ਇਹੋ ਜਿਹੀ ਗੱਲ ਕਰ ਜਾਂਦਾ ਹੈ ਜਿਹੜੀ ਬੰਦੇ ਨੂੰ ਐ ਲੱਗਦਾ ਵੀ ਇਹਨੇ ਤਾਂ ਡਿਗਰੀਆਂ ਐਵੇਂ ਪੈਸੇ ਖਰਚਣ ਨੂੰ ਹੀ ਲਈਆਂ, ਲੱਗਦਾ ਵੀ ਖੂਹ 'ਚ ਹੀ ਪਾਤੀਆਂ। ਬਿਲਕੁਲ ਸਹੀ ਗੱਲ ਹੈ। ਸੋ ਇਸ ਲਈ ਮਾਪਿਆਂ ਨੂੰ ਕਦੇ ਵੀ ਦਰਕਿਨਾਰ ਨਾ ਕਰੋ। ਬਿਲਕੁਲ ਸਹੀ। ਜਿਹੜੀ ਸਿੱਖਿਆ ਉਹਨਾਂ ਤੋਂ ਮਿਲਣੀ ਆ ਉਹ ਦੁਨੀਆ 'ਚ ਕਿਤੋਂ ਵੀ ਨਹੀਂ ਮਿਲ ਸਕਦੀ। ਲੋ ਹਰਮਨ ਜੀ, ਹਰ ਬੰਦੇ ਦਾ ਆਪੋ ਆਪਣਾ ਤਜਰਬਾ ਜੀ। ਕੋਈ ਕਿਸੇ ਗੱਲ ਬਾਰੇ ਕਿਵੇਂ ਸੋਚਦਾ, ਕੋਈ ਕਿਸੇ ਗੱਲ ਬਾਰੇ ਕਿਵੇਂ ਸੋਚਦਾ। ਮੈਨੂੰ ਗੱਲ ਚੇਤੇ ਆ ਜਾਂਦੀ ਹੈ ਵੀ ਸਾਡੇ ਨਾ ਪਿੰਡਾਂ ਵੱਲ ਇੱਕ ਬੰਦਾ ਭੇਡਾਂ ਬੱਕਰੀਆਂ ਚਾਰਦਾ ਹੁੰਦਾ ਸੀ ਜੀ। ਉਹਨੂੰ ਪਹਿਲਾਂ ਤਾਂ ਮੈਂ ਅਕਸਰ ਹੀ ਦੇਖਣਾ, ਪਰ ਹੁਣ ਕਿਉਂਕਿ ਮੈਂ ਦੇਰੀ ਬਾਅਦ ਜਾਣਾ ਤੇ ਜਦੋਂ ਐਤਕੀ ਗਿਆ ਨਾ, ਉਹਨੂੰ ਮੈਂ ਕਿਹਾ, ਮੈਂ ਕਿਹਾ ਬਾਈ ਤੇਰੇ ਕੋਲੇ ਪਹਿਲਾਂ ਤਾਂ 100-150 ਭੇਡ ਹੁੰਦੀ ਸੀ, ਆ ਹੁਣ 25-30 ਆ, ਬਾਕੀ ਕਿੱਧਰ ਗਈਆਂ? ਵੀ ਤੇਰੇ ਕੋਲੇ ਠੀਕ ਆ ਨਾ ਸਾਰਾ ਕੰਮ ਕਾਜ, ਕੋਈ ਨੁਕਸਾਨ ਤਾਂ ਨਹੀਂ ਹੋ ਗਿਆ? ਕਹਿੰਦਾ ਨਹੀਂ, ਬਾਕੀ ਉਸਤਾਦ ਜੀ ਦੇ ਗਾਣੇ ਸੁਣ ਗਈਆਂ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਵੀ ਉਹ ਇੱਥੇ ਵੀ ਗੰਨ 'ਚ ਮੂੰਹ ਮਾਰਦੀਆਂ ਸੀ, ਉੱਥੇ ਵੀ ਗੰਨ ਦੇ ਵਿੱਚ ਹੀ ਮੂੰਹ ਮਾਰਦੀਆਂ, ਪਰ ਕੋਈ ਗੱਲ ਨਹੀਂ। ਮੈਂ ਕਿਹਾ ਵੀ ਦੇਖੋ ਭੇਡਾਂ ਦਾ ਖਿਆਲ ਰੱਖਿਆ ਕਰੋ, ਕੋਈ ਐਦਾਂ ਦੀ ਗੱਲ ਨਹੀਂ ਕਰਨੀ ਗੀ, ਇਹ ਬਸ ਆਉਂਦਾ ਰਹਿੰਦਾ ਸਮਾਂ। ਬਿਲਕੁਲ ਸਹੀ ਹੈ, ਸਮੇਂ ਦਾ ਕੰਮ ਹੁੰਦਾ ਆਉਣਾ ਤੇ ਨਿਕਲ ਜਾਣਾ, ਹੈ ਨਾ। ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਜਿਹਨੇ ਨਹੀਂ ਸਮਝਣਾ ਉਹਨੇ ਨਹੀਂ ਸਮਝਣਾ, ਤੁਸੀਂ ਜੋ ਮਰਜ਼ੀ ਕਰ ਲਓ। ਬੰਦਾ ਮੈਂ ਕਹਿੰਦੀ ਹੁੰਦੀ ਆ ਵੀ ਆਪਣੀਆਂ ਨਜ਼ਰਾਂ ਦੇ ਵਿੱਚ ਠੀਕ ਹੋਣਾ ਚਾਹੀਦਾ ਹੈ, ਹੋਰ ਚਾਹੇ ਕੋਈ ਜੋ ਮਰਜ਼ੀ ਸਮਝੀ ਜਾਵੇ। ਦੂਜੀ ਗੱਲ ਇਹ ਆ, ਇੱਕ ਹੋਰ ਸੁਣਾਵਾਂ। ਕਹਿੰਦੇ ਵੀ ਨਾ ਦੋ ਜਣੇ ਸਿਨੇਮੇ ਦੇ ਵਿੱਚ ਗਏ ਫਿਲਮ ਦੇਖਣ ਦੇ ਲਈ, ਤੇ ਦੋਵੇਂ ਜਾਣੇ ਟੌਰ ਦੇ ਨਾਲ ਵਿਚਾਲੜੀ ਸੀਟ ਦੇ ਉੱਤੇ ਬੈਠੇ ਆ, ਤੇ ਮੂਹਰੇ ਚੱਲ ਰਹੀ ਹੈ ਫਿਲਮ, ਤੇ ਨਾਲ ਬੱਤਾ ਪੀ ਜਾਂਦੇ, ਨਾਲ ਖਾਂਦੇ ਆ ਉਹ ਪੌਪਕਾਰਨ ਫੁੱਲੇ ਜੇ। ਤੇ ਲੈ ਜੀ ਦੋ ਭੇਡਾਂ ਮੂਹਰੋਂ ਭੱਜੀਆਂ ਆਉਂਦੀਆਂ। ਇੱਕ ਜਣਾ ਕਹਿੰਦਾ ਆਪਾਂ ਮਾੜਾ ਜਿਹਾ ਸਾਈਡ ਤੇ ਹੋ ਜਾਈਏ, ਇਹ ਭੇਡਾਂ ਵਿੱਚ ਵੱਜ ਜਾਣੀਆਂ। ਉਹ ਕਹਿੰਦਾ ਮੂਰਖਾਂ ਤੋਂ, ਕਹਿੰਦਾ ਆਪਾਂ ਸਿਨੇਮੇ 'ਚ ਬੈਠੇ ਆ, ਫਿਲਮ ਵੇਖਦੇ ਆ, ਤੇ ਆਪਣਾ ਕੀ ਹੋ ਜਾਊਗਾ? ਕਹਿੰਦਾ ਇਹ ਆਪਾਂ ਨੂੰ ਪਤਾ ਵੀ ਆਪਾਂ ਸਿਨੇਮੇ 'ਚ ਬੈਠੇ ਆ, ਆਪਾਂ ਫਿਲਮ ਵੇਖਦੇ ਆ, ਆਪਾਂ ਮਨੋਰੰਜਨ ਕਰਨਾ ਹੈ, ਭੇਡਾਂ ਨੂੰ ਥੋੜੀ ਪਤਾ, ਉਹ ਤਾਂ ਸਿੱਧੀਆਂ ਵਿੱਚ ਹੀ ਵੱਜਦੀਆਂ, ਇਸ ਕਰਕੇ ਆਪਾਂ ਸਾਈਡ ਤੇ ਹੋ ਜਾਈਏ। ਕੀ ਬਾਤ ਹੈ, ਸਿਆਣੇ ਪੈਸੇ 'ਚ। ਇੱਕ ਹੋਰ ਸੁਣਾਉਣਾ। ਕਹਿੰਦੇ ਵੀ ਇੱਕ ਵਾਰੀ ਨਾ ਇੱਕ ਬੰਦਾ ਸੀ, ਉਹਦੇ ਕੋਲੇ ਖੇਤੀਬਾੜੀ ਵਾਲੇ ਸੰਦ ਤਾਂ ਕਾਫੀ ਸੀਗੇ, ਪਰ ਨਾ ਉਹ ਕਿਸੇ ਨੂੰ ਚੀਜ਼ ਦਿੰਦਾ ਨਹੀਂ ਸੀ। ਜੇ ਕੋਈ ਜਿੰਦਰੀ ਮੰਗਣ ਆ ਜਾਏ, ਕਹਿੰਦੇ ਸੀ ਨਾ ਮੈਂ ਨਹੀਂ ਦੇਣੀ ਬਾਈ ਜੀ। ਜੇ ਉਹ ਕਹਿੰਦਾ ਸੁਹਾਗਾ ਚਾਹੀਦਾ, ਨਾ ਵੀ ਹੈ ਨਹੀਂਗਾ। ਆ ਤਵੀਆਂ ਚਾਹੀਦੀਆਂ ਸੀ, ਬਾਈ ਜੀ ਆਪਣੇ ਕੋਲੇ ਨਹੀਂ ਹੁੰਦੀਆਂ, ਟਰਾਲੀ ਦੇ ਦੇ, ਕਹਿੰਦਾ ਨਾ ਵੀ ਆਪਾਂ ਨਹੀਂ ਦੇਣੀਗੀ। ਕੋਈ ਹੋਰ ਸਮਾਨ ਹੋਵੇ, ਕਈ ਲੈਣੀ ਆ, ਕਸੀਆ ਲੈਣਾ, ਇਹਨਾਂ ਨੇ ਆਪਣੇ ਕੋਲੇ ਹੈ ਨਹੀਂ। ਕਹਿੰਦੇ ਵੀ ਇੱਕ ਦਿਨ ਇੱਕ ਬੰਦਾ ਗਿਆ ਉਹਦੇ ਕੋਲੇ, ਕਹਿੰਦਾ ਚਾਚਾ ਯਾਰ ਟਰਾਲੀ ਚਾਹੀਦੀ ਆ 2 ਘੰਟਿਆਂ ਲਈ। ਕਹਿੰਦਾ ਕੀ ਕਰਨੀ ਆ? ਕਹਿੰਦਾ ਯਾਰ ਮੈਂ ਨਾ ਭੇਡ ਖਰੀਦੀ ਆ ਇੱਕ, ਉਹ ਸਾਡੇ ਰਿਸ਼ਤੇਦਾਰ ਕਹਿੰਦੇ ਸੀ ਵੀ ਸਾਨੂੰ ਭੇਡ ਨਾ ਖਰੀਦ ਕੇ ਤੇ ਪਿੰਡ ਛੱਡ ਜਿਓ, ਤੇ ਕਹਿੰਦਾ ਮੈਂ ਭੇਡ ਛੱਡ ਕੇ ਆਉਣੀ ਆ। ਕਹਿੰਦਾ ਨਾ ਬਾਈ, ਟਰਾਲੀ ਦੇ ਟਾਇਰਾਂ ਦੇ ਵਿੱਚ ਹਵਾ ਬਹੁਤ ਆ, ਤੁਹਾਡੀ ਭੇਡ ਬੁੜਕ ਜਾਣੀ ਆ, ਤੇ ਹਾਲੇ ਤੱਕ ਬੁੜਕਦੀਆਂ। ਮਤਲਬ ਇਹ ਆ ਬਈ ਜਿਹਨੇ ਜੋ ਕਰਨਾ ਉਹ ਕਰੀ ਜਾਣਾ। ਟਾਣਾ ਸਾਹਿਬ ਸੱਚੀ ਕਹਿੰਦੀ, ਜਦ ਤੁਸੀਂ ਕਿਹਾ ਨਾ ਟਰਾਲੀ 'ਚ ਭੇਡ ਬੁੜਕਦੀ ਆ, ਤੇਰੀਆਂ ਅੱਖਾਂ ਅੱਗੇ ਘੁੰਮਣ ਲੱਗ ਗਈ। ਮਤਲਬ ਇਹ ਹੈ ਭਾਈ ਵੀ ਸੋਚ ਨਰੋਈ ਰੱਖੋ, ਸੋਚ ਨਿਗਰ ਰੱਖੋ, ਚੜ੍ਹਦੀ ਕਲਾ 'ਚ ਰੱਖੋ ਤੇ ਉਸਾਰੂ ਰੱਖੋ। ਗਲਤ ਨੂੰ ਗਲਤ ਕਹੋ, ਸਹੀ ਨੂੰ ਸਹੀ ਕਹੋ। ਪਰ ਜੇਕਰ ਤੁਹਾਨੂੰ ਇਹ ਕੋਈ ਕਹੇ ਵੀ ਭਾਈ ਤੂੰ ਫਲਾਣੀ ਥਾਂ ਤਾਂ ਗਲਤ ਕਿਹਾ ਨਹੀਂ ਸੀ, ਉਹਨੂੰ ਇਹ ਗੱਲ ਕਹੋ ਜੀ ਫਿਰ ਤੁਸੀਂ ਨਾ ਪੁਰਾਣੀਆਂ ਅਖਬਾਰਾਂ ਪੜ੍ਹਨੀਆਂ ਸ਼ੁਰੂ ਕਰੋ। ਪੜ੍ਹਦੇ ਆਪਾਂ ਨਹੀਂ, ਲਿਖਦੇ ਆਪਾਂ ਨਹੀਂ, ਸਮਝਦੇ ਆਪਾਂ ਨਹੀਂ, ਜਾਣਕਾਰੀ ਆਪਾਂ ਨਹੀਂ ਲੈਂਦੇ, ਤੇ ਹੁਣ ਕਿਸੇ ਦੀ ਡਿਊਟੀ 'ਚ ਥੋੜੀ ਸ਼ਾਮਲ ਤੁਹਾਡੇ ਘਰੇ ਕਿਹਾ ਜਾ ਆ ਬਾਈ ਜੀ ਆਪਾਂ ਲਿਖਿਆ ਸੀ, ਆਪਾਂ ਲਿਖਿਆ ਸੀ। ਪੜ੍ਹ ਕੇ ਵੇਖਿਓ। ਹਰ ਬੰਦੇ ਨੇ, ਉਹ ਭਾਵੇਂ ਪੱਤਰਕਾਰ ਆ, ਭਾਵੇਂ ਕੋਈ ਹੋਰ ਆ, ਭਾਵੇਂ ਕੋਈ ਚੰਗਾ ਬੰਦਾ ਕੋਈ ਵੀ ਕੰਮ ਕਰਦਾ, ਉਹਦੇ ਜੋ ਕੁਝ ਹਿੱਸੇ ਆਇਆ ਉਹਦੀ ਪੜਚੋਲ ਤੇ ਸਵੈ ਪੜਚੋਲ ਆਪਾਂ ਖੁਦ ਜਾਂ ਉਹਨੇ ਖੁਦ ਕਰਨੀ ਹੈ। ਸੋ ਇਸ ਕਰਕੇ ਆਪਦਾ ਕੰਮ ਕਰੀ ਚੱਲੋ, ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਆਪੇ ਸਮਾਂ ਤੈਅ ਕਰ ਦਿੰਦਾ ਵੀ ਇਹ ਕਿਵੇਂ ਆ ਤੇ ਕਿਵੇਂ ਨਹੀਂ ਆ। ਸਮਾਂ ਬਹੁਤ ਬਲਵਾਨ ਹੈ, ਇਤਿਹਾਸ ਆਪਣੇ ਆਪ ਨੂੰ ਜ਼ਰੂਰ ਦੁਹਰਾਉਂਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸ਼ਾਇਦ ਇਹ ਸਮਾਂ ਮੇਰੇ ਤੇ ਨਹੀਂ ਆਉਣਾ, ਪਰ ਸਮਾਂ ਹਰੇਕ ਤੇ ਆਉਂਦਾ ਹੈ, ਚੰਗਾ ਵੀ ਤੇ ਮਾੜਾ ਵੀ। ਬਿਲਕੁਲ ਸਹੀ। ਹਰਮਨ ਜੀ, ਨਵਜੋਤ ਸਿੰਘ ਸਿੱਧੂ ਲਗਾਤਾਰ ਵੱਖ-ਵੱਖ ਕਾਂਗਰਸੀ ਆਗੂਆਂ ਨੂੰ ਮਿਲ ਰਹੇ ਆ, ਤੇ ਉਹਨਾਂ ਦੇ ਵੱਲੋਂ ਲਗਾਤਾਰ ਰੁੱਸਿਆਂ ਨੂੰ ਮਨਾਉਣ ਦੇ ਲਈ ਤੇ ਆਪਣੇ ਕਾਫਲੇ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਧੀਆ ਗੱਲ ਆ ਜੀ, ਪਰ ਮੇਰੇ ਮਨ ਦੇ ਵਿੱਚ ਉਹੀ ਸਵਾਲ ਫੇਰ ਆਉਂਦੇ ਆ
ਵੀ ਕੀ ਨਵਜੋਤ ਸਿੰਘ ਸਿੱਧੂ ਇਸ ਵਕਤ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਗੱਲ ਕੱਢਣ 'ਚ ਕਾਮਯਾਬ ਹੋ ਜਾਣਗੇ ਕਿ 4.5 ਸਾਲ ਦੇ ਵਿੱਚ ਸਾਡੀ ਹੀ ਪਾਰਟੀ ਦੀ ਸਰਕਾਰ ਬਹੁਤਾ ਕੁਝ ਨਹੀਂ ਕਰ ਸਕੀ? ਕੀ ਨਵਜੋਤ ਸਿੰਘ ਸਿੱਧੂ ਇਸ ਗੱਲ ਨੂੰ ਲੋਕਾਂ ਦੇ ਮਨਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਕਿ ਜਿਹੜੇ ਬਾਕੀ 6 ਮਹੀਨੇ ਬਚੇ ਆ ਉਹ ਜਦੋਂ ਮੈਂ ਹੈਗਾ ਸਾਰੇ ਮਸਲੇ ਹੱਲ ਹੋ ਜਾਣਗੇ? ਤੇ ਕੀ ਪੰਜਾਬ ਦੇ ਲੋਕ ਇਸ ਗੱਲ ਦੇ ਉੱਤੇ ਯਕੀਨ ਕਰ ਲੈਣਗੇ ਵੀ ਚੌਕੇ ਤੇ ਛੱਕੇ ਜਿਹੜੇ ਸ਼ਬਦਾਂ ਦੇ ਹੁਣ ਲੱਗ ਰਹੇ ਆ ਤੇ ਇਹ ਚੌਕੇ ਛੱਕੇ ਆਉਂਦੇ ਸਮੇਂ ਦੇ ਵਿੱਚ ਵੀ ਪੰਜਾਬ ਦਾ ਕੁਝ ਨਿਤਾਰਾ ਕਰਨਗੇ, ਪੰਜਾਬ ਦਾ ਕੁਝ ਸਵਾਰਨਗੇ? ਸੋ ਬਹੁਤ ਸਾਰੇ ਸਵਾਲ ਆ ਇਸ ਵਕਤ ਜਿਹੜੇ ਕਿ ਘੇਰਾ ਪਾਈ ਫਿਰਦੇ ਆ ਤੇ ਨਵਜੋਤ ਸਿੰਘ ਸਿੱਧੂ ਖਟਕੜ ਕਲਾਂ ਦੇ ਵਿੱਚ ਜਾ ਕੇ ਆਏ ਆ। ਉੱਥੇ ਉਹਨਾਂ ਨੇ ਗੱਲ ਕਹੀ ਆ ਵਿਰੋਧੀਆਂ ਨੂੰ ਵੀ ਭਾਈ ਹੁਣ ਮੌਕਾ ਆ ਗਿਆ ਪੰਜਾਬ ਨੂੰ ਸਵਾਰਨ ਦਾ। ਉਹ ਟਵੀਟ ਕਰਕੇ ਵੀ ਇਹ ਗੱਲ ਕਹਿੰਦੇ ਆ ਕਿ ਮੇਰਾ ਰਾਜਨੀਤਿਕ ਸਫ਼ਰ ਤਾਂ ਹੁਣ ਸ਼ੁਰੂ ਹੋਇਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਵੀ ਆਉਂਦੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਕਰਵਟ ਬਦਲੀ ਜਾਣੀ। ਦੇਖੋ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਟਾਣਾ ਸਾਹਿਬ ਕਿ ਜੋ ਕੁਝ ਹੋ ਰਿਹਾ ਇਹਦੇ ਨਾਲ ਇਹ ਲੱਗ ਰਿਹਾ ਹੈ ਕਿ ਕਾਂਗਰਸ ਦਾ ਕਾਟੋ ਕਲੇਸ਼ ਵਧੇਗਾ, ਇਹ ਘਟੇਗਾ ਨਹੀਂ। ਕਿਉਂਕਿ ਜਦੋਂ ਗਵਾਂਢ ਦੇ ਵਿੱਚੋਂ ਭੱਠਲ ਹੋਰਾਂ ਨੂੰ ਮਿਲ ਕੇ, ਰਾਣਾ ਗੁਰਮੀਤ ਸੋਢੀ ਹੋਰਾਂ ਨੂੰ ਮਿਲ ਕੇ ਤੇ ਸਿੱਧੂ ਸਾਹਿਬ ਚਲੇ ਜਾਂਦੇ ਨੇ ਤੇ ਕੈਪਟਨ ਸਾਹਿਬ ਨੂੰ ਕੋਈ ਵੀ ਦੁਆ ਸਲਾਮ ਨਹੀਂ ਕਰਦੇ ਤੇ ਇਹ ਬਹੁਤ ਸਾਰੀਆਂ ਗੱਲਾਂ ਜ਼ਿਹਨ ਦੇ ਵਿੱਚ ਪੈਦਾ ਹੁੰਦੀਆਂ ਨੇ ਇਹਦੇ ਨਾਲ, ਹਨਾ। ਔਰ ਦੂਸਰੀ ਚੀਜ਼ ਇਹ ਹੈ ਟਾਣਾ ਸਾਹਿਬ, ਇੰਟਰਨੈਟ ਹੈ, ਇਹਦੇ ਉੱਪਰ ਕੁਝ ਵੀ ਜਿਹੜਾ ਉਹ ਮਿਟਾਇਆ ਨਹੀਂ ਜਾ ਸਕਦਾ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਟਵੀਟਸ ਕੀਤੀਆਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ, ਚਾਹੇ ਉਹ ਰੇਤ ਮਾਫੀਆ ਦੀ ਗੱਲ ਹੋਵੇ, ਚਾਹੇ ਉਹ ਕੇਬਲ ਮਾਫੀਆ ਦੀ ਗੱਲ ਹੋਵੇ, ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਹੋਵੇ, ਸਿਹਤ ਸਹੂਲਤਾਂ ਦੀ ਗੱਲ ਹੋਵੇ, ਬੇਅਦਬੀ ਕਾਂਡ ਦੀ ਗੱਲ ਹੋਵੇ, ਹੋਰ ਜਿੰਨੇ ਵੀ ਮੁੱਦੇ ਉਹਨਾਂ ਨੇ ਚੁੱਕੇ ਨੇ ਸਮੇਂ-ਸਮੇਂ ਦੇ ਉੱਪਰ। ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜੇ ਉਹ 4.5 ਸਾਲਾਂ ਦੇ ਵਿੱਚ ਇਹ ਸਾਰੇ ਮੁੱਦੇ ਹੱਲ ਨਹੀਂ ਹੋ ਸਕੇ, ਕਿਉਂਕਿ ਪਾਰਟੀ ਦਾ ਹਿੱਸਾ ਤਾਂ ਸੀ ਨਾ, ਅਹੁਦਾ ਜਿਹੜਾ ਮਰਜ਼ੀ ਹੋਵੇ ਪਾਰਟੀ ਦਾ ਹਿੱਸਾ ਤਾਂ ਉਸੀ। ਜੇ 4.5 ਸਾਲਾਂ ਦੇ ਵਿੱਚ ਇਹਨਾਂ ਚੋਂ ਕੋਈ ਵੀ ਮੁੱਦਾ ਹੁਣ ਤੱਕ ਹੱਲ ਨਹੀਂ ਹੋਇਆ, ਤੁਸੀਂ ਹੀ ਇਹ ਸਵਾਲ ਚੁੱਕੇ ਨੇ, ਤੇ ਕੀ 6 ਮਹੀਨਿਆਂ ਦੇ ਵਿੱਚ ਹੱਲ ਹੋ ਜਾਣਗੇ? ਬਿਲਕੁਲ ਤੁਹਾਡੀ ਗੱਲ ਸਹੀ ਹੈ। ਮਸਲਾ ਇਹ ਨਹੀਂ ਕਿ ਕੌਣ ਪ੍ਰਧਾਨ ਬਣ ਗਿਆ ਤੇ ਕੌਣ ਲੈ ਗਿਆ। ਮਸਲਾ ਇਹ ਨਹੀਂ ਕਿ ਆਉਂਦੇ ਸਮੇਂ ਦੇ ਵਿੱਚ ਸਰਕਾਰ ਕਿਹਦੀ ਬਣੂਗੀ। ਮਸਲਾ ਇਹ ਆ ਕਿ ਜਿਹੜੀ ਸਰਕਾਰ ਹੋਣ ਉਹਨੇ ਕੀ ਕੀਤਾ ਤੇ ਤੁਸੀਂ ਉਸ ਪਾਰਟੀ ਦੇ ਵਿੱਚ ਸ਼ਾਮਿਲ ਹੋ, ਤੁਸੀਂ ਵੀ ਉਸ ਪਾਰਟੀ ਦੇ ਵਿਧਾਇਕ ਹੋ ਤੇ ਪਹਿਲਾ ਮੰਤਰੀ ਹੋ। ਸੋ ਬਹੁਤ ਸਾਰੇ ਸਵਾਲ ਸਿੱਧੂ ਸਾਹਿਬ ਨੂੰ ਵੀ ਲੋਕਾਂ ਦੇ ਹੈਗੇ ਆ ਤੇ ਲੋਕ ਇਹ ਕਾਮਨਾ ਕਰਦੇ ਜੀ ਕਿ ਆਉਂਦੇ ਸਮੇਂ ਦੇ ਵਿੱਚ ਮਸਲੇ ਹੱਲ ਹੋ ਜਾਣ, ਕਿਉਂਕਿ ਪੰਜਾਬ ਦੇ ਵਿੱਚ ਪਾਰਟੀਆਂ ਬਦਲ ਜਾਂਦੀਆਂ, ਬੰਦੇ ਪਾਰਟੀਆਂ ਬਦਲ ਜਾਂਦੇ ਆ, ਵਿਧਾਇਕ ਬਦਲ ਜਾਂਦੇ ਆ, ਮੰਤਰੀ ਬਦਲ ਜਾਂਦੇ, ਪਰ ਪੰਜਾਬ ਦੇ ਹਾਲਾਤ ਉੱਥੇ ਦੇ ਉੱਥੇ ਖੜੇ ਆ। ਸੋ ਜ਼ਰੂਰਤ ਇਸ ਵਕਤ ਇਸ ਗੱਲ ਦੀ ਹੈ ਕਿ ਪੰਜਾਬ ਦੇ ਲੋਕ ਪਾਰਟੀਬਾਜ਼ੀ ਤੋਂ ਉੱਤੇ ਉੱਠਣ ਤੇ ਵਿਅਕਤੀ ਵਿਸ਼ੇਸ਼ ਨੇ ਜਿਹਨੇ ਵੀ ਕੰਮ ਕੀਤਾ ਤੁਹਾਡੇ ਹਲਕੇ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ, ਭਾਵੇਂ ਉਹ ਆਪ ਵਾਲਾ, ਭਾਵੇਂ ਉਹ ਕਾਂਗਰਸੀ ਹੈ, ਭਾਵੇਂ ਉਹ ਕਿਸੇ ਹੋਰ ਪਾਰਟੀ ਦਾ, ਭਾਵੇਂ ਉਹ ਅਕਾਲੀ ਦਲ ਦਾ ਆਗੂ ਹੈ, ਭਾਵੇਂ ਬਸਪਾ ਦਾ ਹੈ, ਭਾਜਪਾ ਦਾ, ਜਿਹੜੀ ਮਰਜ਼ੀ ਪਾਰਟੀ ਦਾ, ਜਿਹੜੀ ਵੀ ਪਾਰਟੀ ਦਾ ਨੁਮਾਇੰਦਾ ਤੁਸੀਂ ਚੁਣਿਆ ਸੀ ਲੰਘੇ ਵੇਲੇ ਦੇ ਵਿੱਚ, ਜੇ ਤਾਂ ਉਹਨੇ ਕੰਮ ਚੰਗੇ ਕੀਤੇ ਆ ਤਾਂ ਉਹਨੂੰ ਵੋਟ ਪਾ ਦਿਓ। ਬਹੁਤ ਸਾਰੇ ਲੋਕ ਮੈਨੂੰ ਇਹ ਗੱਲ ਕਹਿਣਗੇ ਬਾਈ ਜੀ ਫਿਰ ਪਾਈਏ ਕਿਹਨੂੰ ਵੋਟ, ਤੇ ਮੈਂ ਕਹੀ ਵੀ ਮੈਂ ਦੱਸਣਾ ਮੈਂ ਇਕੱਲਾ ਰਹਿਣਾ ਪੰਜਾਬ ਦੇ ਵਿੱਚ। ਇਹ ਤੁਸੀਂ ਦੇਖੋ ਤੁਹਾਡਾ ਦਿਮਾਗ ਕਿੱਥੇ ਆ, ਤੁਸੀਂ ਮੇਰੇ ਕਹੇ ਮੁਤਾਬਕ ਥੋੜੀ ਚੱਲਣਾ। ਮੈਨੂੰ ਇਹ ਲੱਗਦਾ ਹੁੰਦਾ ਟਾਣਾ ਸਾਹਿਬ ਹਮੇਸ਼ਾ ਕਿ ਬੰਦੇ ਨੂੰ ਵੋਟ ਪਾਉਣੀ ਚਾਹੀਦੀ ਆ, ਪਾਰਟੀ ਨੂੰ ਨਹੀਂ। ਬਹੁਤ ਸਾਰੇ ਬੰਦੇ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਤੇ ਬਹੁਤ ਸਾਰੇ ਬੰਦੇ ਬਹੁਤ ਸਾਰੀਆਂ ਪਾਰਟੀਆਂ 'ਚ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਬਿਲਕੁਲ ਕੁਝ ਨਹੀਂ ਕੀਤਾ। ਸੋ ਮੈਨੂੰ ਇਹ ਲੱਗਦਾ ਕਿ ਬੰਦਾ ਜੇ ਚੱਜਦਾ ਹੋਏਗਾ ਤੇ ਆਪੇ ਕੰਮ ਹੋਣਗੇ, ਪਾਰਟੀ ਉੱਥੇ ਮਾਇਨੇ ਨਹੀਂ ਰੱਖਦੀ, ਹੈ ਨਾ। ਨਾਲੇ ਦੂਸਰੀ ਚੀਜ਼ ਇਹ ਹੈ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਗਈਆਂ, ਪਰ ਮੁੱਦੇ ਪੰਜਾਬ ਦੇ ਅੱਜ ਵੀ ਮੀਂਹ ਪੈਣ ਤੇ ਪਾਣੀ ਖੜਾ ਹੁੰਦਾ ਹੈ ਗਲੀਆਂ ਮਹੱਲਿਆਂ 'ਚ, ਅੱਜ ਵੀ ਸਾਡੀਆਂ ਗਲੀਆਂ ਕੱਚੀਆਂ ਨੇ। ਨਹੀਂ ਮੈਂ ਤਾਂ ਹੈਰਾਨ ਆ ਇਸ ਗੱਲ ਦੇ ਉੱਤੇ, ਆਜ਼ਾਦੀ ਨੂੰ ਕਿੰਨਾ ਲੰਮਾ ਸਮਾਂ ਹੋ ਗਿਆ ਜੀ। 47 'ਚ ਆਜ਼ਾਦੀ ਤਾਂ ਮਿਲ ਗਈ, ਪਰ ਕੀ ਆਪਾਂ ਨੂੰ ਮੁਸ਼ਕਲਾਂ ਤੋਂ ਆਜ਼ਾਦੀ ਮਿਲੀ ਆ? ਆਪਾਂ ਫਿਰ ਉਹੀ ਮੇਰੀ ਫਲਾਨੀ ਪਾਰਟੀ, ਸਾਡੀ ਸਰਕਾਰ ਆ ਗਈ, ਸਾਡੀ ਸਰਕਾਰ ਆਊਗੀ, ਸਾਡੀ ਸਰਕਾਰ ਐਂ ਕਰ ਦੂ, ਸਾਡੀ ਸਰਕਾਰ ਆਉਂ ਕਰ ਦੂ। ਇੰਨੀਆਂ ਸਰਕਾਰਾਂ ਆਈਆਂ ਗਈਆਂ, ਅੱਜ ਵੀ ਨੌਕਰੀ ਲੈਣ ਲਈ ਤੁਹਾਨੂੰ ਮਟਕਾ ਚੌਂਕ 'ਚ ਡਾਂਗਾਂ ਖਾਣੀਆਂ ਪੈਂਦੀਆਂ ਨੇ। ਗਲੀਆਂ ਤੁਹਾਡੀਆਂ ਪੱਕੀਆਂ ਨਹੀਂ ਹੋਈਆਂ ਜੀ, ਨਾਲੀਆਂ ਦੀ ਤੁਹਾਡੀ ਸਮੱਸਿਆ, ਪੀਣ ਵਾਲਾ ਪਾਣੀ ਤੁਹਾਨੂੰ ਮਿਲਦਾ ਨਹੀਂਗਾ, ਪਿੰਡਾਂ 'ਚ ਤੁਹਾਡੇ ਡਿਸਪੈਂਸਰੀਆਂ ਹੈ ਨਹੀਂ, ਤੇ ਕਿਹੜੀ ਲੰਬੜਦਾਰੀ ਆ ਵੀ ਭਾਈ ਸਾਡੇ ਫਲਾਣੀ ਪਾਰਟੀ ਦੀ ਸਰਕਾਰ ਆ ਗਈ ਆ, ਫਲਾਣੀ ਦੀ ਆ ਗਈ ਆ, ਕੱਖ ਨਹੀਂ ਕੀਤਾ। ਸੋਚ ਬਦਲੋ, ਸੰਸਾਰ ਬਦਲੂਗਾ। ਬਿਲਕੁਲ ਸਹੀ। ਟਾਣਾ ਸਾਹਿਬ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਹੁਣ। ਇਸ ਵੇਲੇ ਜਿਹੜਾ ਜੋਸ਼ ਤੇ ਜਜ਼ਬਾ ਪੂਰਾ ਆਸਮਾਨ ਤੇ ਹੈ। ਇਸ ਵੇਲੇ ਦੁਬਾਰਾ ਤੋਂ ਉਹੀ ਰੰਗ ਜਿਹੜਾ ਬਾਰਡਰਾਂ ਤੇ ਵੇਖਣ ਨੂੰ ਮਿਲ ਰਿਹਾ, ਔਰ ਕਿਸਾਨ ਪੂਰੇ ਜੋਸ਼ ਦੇ ਨਾਲ, ਪੂਰੇ ਹੋਸ਼ ਦੇ ਨਾਲ ਡਟੇ ਹੋਏ ਨੇ। ਬਿਲਕੁਲ ਜੀ, ਤੇ ਜਿਹੜੇ ਡਟੇ ਹੋਏ ਲੋਕ ਆ ਉਹਨਾਂ ਦੀ ਸਿਫਤ ਕਰਨੀ ਬਣਦੀ ਆ, ਉਹਨਾਂ ਨੂੰ ਉਤਸ਼ਾਹਿਤ ਕਰਨਾ ਬਣਦਾ, ਉਹਨਾਂ ਦੇ ਬਰਾਬਰ ਬਹਿਣਾ ਚਾਹੀਦਾ ਵੀ ਭਾਈ ਅਸੀਂ ਵੀ ਹੈਗੇ, ਤੁਸੀਂ ਖੁਦ ਨੂੰ ਇਕੱਲੇ ਨਾ ਸਮਝੋ। ਜਿਹੜੇ ਕਿਸਾਨ ਮਜ਼ਦੂਰ ਇਸ ਵਕਤ ਵੀ ਡਟੇ ਹੋਏ, 7.5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ, ਦਿੱਲੀ ਦੇ ਬਾਰਡਰਾਂ ਦੇ ਉੱਤੇ ਉਹਨਾਂ ਦਾ ਧੰਨਵਾਦ ਕਰੀਏ, ਸ਼ੁਕਰੀਆ ਅਦਾ ਕਰੀਏ ਵੀ ਯਾਰ ਅਸੀਂ ਤਾਂ ਜਿਹੋ ਜਿਹੇ ਹੈਗੇ ਆ, ਤੁਸੀਂ ਤਾਂ ਸਾਡੇ ਨਾਲੋਂ ਬਹੁਤ ਵੱਖਰੇ ਨਿਆਰੇ ਆ। ਦੇਖੋ ਕੱਲ ਵੀ ਆਪਾਂ ਗੱਲ ਕੀਤੀ ਸੀ ਵੀ ਬਜ਼ੁਰਗ ਕਿਵੇਂ ਉੱਥੇ ਹਿੱਕ ਡਾਹ ਕੇ ਲੜ ਰਹੇ ਆ, ਹੈ ਕਿਸੇ ਵਿੱਚ ਹਿੰਮਤ ਇੰਨੀ ਵੀ ਭਾਈ ਜਿਹੜਾ ਰਹਿ ਦਿੰਦਾ, ਕੱਲੀ ਰਹਿ ਦਿੰਦਾ ਜਿਹੜਾ, ਵੀ ਉਹ ਜਾ ਕੇ ਉੱਥੇ ਕਹੇ ਜੀ ਕਿ ਮੈਂ 7 ਦਿਨ ਲਾਉਣਾ,
ਮੈਂ 10 ਦਿਨ ਲਾਉਣਾ, ਜਿਹੜੇ ਪਿੰਡਾਂ ਦੇ ਵਿੱਚ ਵਾਰੀਆਂ ਬੰਨੀਆਂ ਹੋਈਆਂ ਉਹਨਾਂ ਪਿੰਡਾਂ ਦੀਆਂ ਕਲੱਬਾਂ ਨੂੰ, ਪੰਚਾਇਤਾਂ ਨੂੰ ਵੀ ਧੰਨਵਾਦ ਕਰਨਾ ਬਣਦਾ ਵੀ ਭਾਈ ਜਾਂਦੇ ਆਉਂਦੇ ਤਾਂ ਹੈ ਨਾ। ਕਈ ਤਾਂ ਮੇਰੇ ਵਰਗੇ ਕੱਲੀ ਰਾਹ ਹੀ ਦਿੰਦੇ ਆ, ਇਹਦਾ ਕੁਛ ਨਹੀਂ ਬਣਨਾਗਾ, ਉਹ ਇਹ ਤਾਂ ਫਲਾਣੇ ਆ, ਇਹ ਤਾਂ ਫਲਾਣੇ, ਇਹ ਤਾਂ ਖਿੰਡ ਗਿਆ ਮਾਹੌਲ, ਇਹ ਤਾਂ ਐਂ ਹੋ ਗਿਆ, ਓਂ ਹੋ ਗਿਆ। ਜਾਓ ਕਾ ਹੁਣ ਜਿਹੜਾ 200-250 ਜਾਣਾ ਹਰ ਰੋਜ਼ ਜਾਇਆ ਕਰਨਾ ਪਾਰਲੀਮੈਂਟ ਦੇ ਵੱਲ, ਜਿਹਨੂੰ ਦਿੱਲੀ ਦੀ ਪੁਲਿਸ ਦੇ ਵੱਲੋਂ ਰੋਕਿਆ ਗਿਆ ਹਾਲ ਦੀ ਘੜੀ, ਤੁਸੀਂ ਜਾਓ, ਤੁਸੀਂ ਕਹੋ ਜੀ ਕਿ ਮੈਂ ਜਾਣਾ ਨਾਲ, ਇੱਕ ਡਾ ਕੇ ਮੈਂ ਲੜਦਾ। ਪਰ ਜੇ ਆਪਾਂ ਐਂ ਕਰੀ ਜਾਣਾ ਇਹਨਾਂ ਨੇ ਕਿੱਥੇ ਜਾ ਸਕਣਾ, ਇਹਦਾ ਮਤਲਬ ਤਾਂ ਇਹ ਆ ਵੀ ਆਪਣੀ ਸੋਚ ਹੀ ਕੋਈ ਨਹੀਂ। ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਟਾਣਾ ਸਾਹਿਬ, ਆਪਾਂ ਇਸ ਵਹਿਮ ਦੇ ਵਿੱਚੋਂ ਨਿਕਲੀਏ ਕਿ ਇਹ ਮਸਲਾ ਕੱਲਾ ਕਿਸਾਨਾਂ ਦਾ, ਇਹ ਮਸਲਾ ਕੱਲੇ ਕਿਸਾਨਾਂ ਦਾ ਨਹੀਂ, ਇਹ ਸਾਡਾ ਤੁਹਾਡਾ ਹਰ ਘਰ ਦਾ, ਹਰ ਰਸੋਈ ਦਾ ਮਸਲਾ ਹੈ। ਜਦ ਤੱਕ ਸਾਨੂੰ ਇਹ ਗੱਲ ਨਹੀਂ ਸਮਝ ਆਉਂਦੀ ਉਦੋਂ ਤੱਕ ਅਸੀਂ ਇਦਾਂ ਦੀਆਂ ਗੱਲਾਂ ਹੀ ਕਰਾਂਗੇ। ਦੂਸਰੀ ਗੱਲ ਇਹ ਹੈ, ਤੁਸੀਂ ਵੇਖੋ ਕੱਲਾ ਮਸਲਾ ਫਸਲਾਂ ਦਾ ਨਹੀਂ, ਸਾਡੀਆਂ ਨਸਲਾਂ ਦਾ ਵੀ ਹੈ, ਸਾਡੀਆਂ ਪੀੜ੍ਹੀਆਂ ਦਾ ਵੀ ਹੈ। ਸਾਡੀਆਂ ਪੀੜ੍ਹੀਆਂ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਫੈਸਲੇ ਸਾਨੂੰ ਅੱਜ ਲੈਣੇ ਪੈਣਗੇ, ਤਾਂ ਸਾਡਾ ਭਵਿੱਖ ਚੰਗਾ ਹੋਏਗਾ ਨਾ। ਜੇ ਅਸੀਂ ਇਹੀ ਕਹੀ ਗਏ ਲੈ ਇਹ ਤਾਂ ਫਲਾਣੇ ਸੀ, ਇਹਨਾਂ ਤੋਂ ਤਾਂ ਕੁਝ ਬਣਨਾ ਨਹੀਂ, ਇਹਨਾਂ ਨੇ ਤਾਂ ਇਹ, ਉਹਨਾਂ ਨੇ ਕੱਲਿਆਂ ਨੇ ਠੇਕਾ ਨਹੀਂ ਲਿਆ। ਆਪਾਂ ਕੀ ਬਣਾਤਾ ਹੁਣ ਤੱਕ, ਜਿਉਂ ਜੰਮੇ ਆ ਆਪਾਂ ਐਸਾ ਕਿਹੜਾ ਚਮਤਕਾਰ ਕਰਤਾ ਵੀ ਪਹਿਲਾਂ ਹੋਇਆ ਨਹੀਂ ਸੀ। ਆਪਾਂ ਆਪਦੇ ਪਿੰਡ ਦਾ, ਆਪਦੀ ਗਲੀ ਦਾ ਜਾਂ ਆਪਣੇ ਗਵਾਂਢ ਦਾ ਇਹੋ ਜਿਹਾ ਕੀ ਸਵਾਰਥ ਅਜੇ ਤੱਕ, ਉਹ ਤਾਂ ਚਲੋ ਬੈਠੇ ਆ, ਉਹ ਤਾਂ ਗਲਤ ਆ, ਇੱਕ ਮਿੰਟ ਲਈ ਇਹ ਵੀ ਮੰਨ ਲਓ। ਆਪਾਂ ਸਹੀ ਕੀ ਕੀਤਾ ਇਹ ਦੱਸ ਦਿਓ। ਬਿਲਕੁਲ ਸਹੀ, ਆਪਾਂ ਕੱਲੀ ਰਾਏ ਦਿੱਤੀ ਆ, ਹੋਰ ਤਾਂ ਕੁਝ ਨਹੀਂ ਕੀਤਾ। ਸੋ ਇਸ ਵਕਤ ਕਿਸਾਨ ਡਟੇ ਹੋਏ ਆ। ਕਿਸਾਨਾਂ ਦੇ ਦਬਾਅ ਦੇ ਕਰਕੇ ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ ਤੋਂ ਉੱਥੇ ਹੰਗਾਮਾ ਵੀ ਸ਼ੁਰੂ ਹੋਇਆ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਹ ਗੱਲ ਕਹੀ ਆ ਵੀ ਕਿਸਾਨੀ ਮੁੱਦੇ ਦੇ ਉੱਤੇ ਗੱਲ ਕਰੋ ਤੇ ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਬਾਬਤ ਚਰਚਾ ਕਰਕੇ। ਪਰ ਪ੍ਰਧਾਨ ਮੰਤਰੀ ਸਾਹਿਬ ਇਸ ਗੱਲ ਤੇ ਨਹੀਂ ਆਏ, ਉਹ ਤਾਂ ਹੋਰ ਹੀ ਗੱਲ ਨੂੰ ਬਣਾ ਕੇ ਬਹਿ ਗਏ। ਕਹਿੰਦੇ देखिए हमने विस्तार किया कैबिनेट का और उसमें दलित औरतों को, दलित भाइयों को नुमाइंदगी दी, आदिवासियों को नुमाइंदगी दी, हमने तो किसान बेटियों को नुमाइंदगी दी, हमने तो ऐसे कर दिया, हमने तो वैसे कर दिया। और ये लोग खुश नहीं है, ਉਹ ਗੱਲ ਹੋਰ ਦਾ ਰੌਲਾ ਪਾ ਰਹੇ ਆ, ਇਹ ਗੱਲ ਹੋਰ ਦੱਸ ਰਹੇ ਆ। ਨਹੀਂ, ਜਿਹੜੀ ਤੁਸੀਂ ਵਿਸਥਾਰ ਕੀਤਾ, ਜਿਹੜੀ ਤੁਸੀਂ ਨੁਮਾਇੰਦਗੀ ਦਿੱਤੀ ਵੱਖੋ ਵੱਖਰੇ ਲੋਕਾਂ ਨੂੰ, ਚੰਗੀ ਗੱਲ ਹੈ, ਚਲੋ ਦਿੱਤੀ ਤੁਸੀਂ, ਪਰ ਉਹਦੇ ਨਾਲ ਕੀ ਤੇਲ ਦੀਆਂ ਕੀਮਤਾਂ ਘਟ ਗਈਆਂ? ਕੀ ਆਮ ਬੰਦਾ ਰਸੋਈ ਦੇ ਵਿੱਚ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਉਹਨਾਂ ਦੀਆਂ ਰਸੋਈਆਂ ਚੋਂ ਪਹੁੰਚ? ਕੀ ਆਪਾਂ ਇਸ ਗੱਲ ਨੂੰ ਚੁੱਕਣਾ ਬੰਦ ਕਰ ਦਈਏ ਮੁੱਦੇ ਦੇ ਰੂਪ ਦੇ ਵਿੱਚ ਵੀ ਭਾਈ ਤੁਸੀਂ ਕੈਬਨਿਟ ਦਾ ਵਿਸਥਾਰ ਕਰ ਲਿਆ? ਜੀ ਬਿਲਕੁਲ। ਸੋ ਮੁੱਦੇ ਬਹੁਤ ਵੱਡੇ ਆ ਤੇ ਦਿੱਲੀ ਦੀ ਪੁਲਿਸ ਰਾਹ ਰੋਕੀ ਖੜੀ ਆ, ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਇੱਥੇ ਪਹੁੰਚਣ ਨਹੀਂ ਦੇਣਾ, ਪਰ ਕਿਸਾਨ ਕਹਿੰਦੇ ਅਸੀਂ ਇੱਥੇ ਹੀ ਜਾਣਾ। ਦਿੱਲੀ ਦੀ ਪੁਲਿਸ ਕਹਿੰਦੀ ਤੁਹਾਨੂੰ ਪ੍ਰਦਰਸ਼ਨ ਕਰਨ ਦੇ ਲਈ ਅਸੀਂ ਇੱਕ ਵੱਖਰੀ ਥਾਂ ਦੇ ਦਿੰਨੇ ਆ। ਉਹ ਕਹਿੰਦੇ ਨਾ, ਅਸੀਂ ਕੋਈ ਫਾਰਮੈਲਿਟੀ ਨਹੀਂ ਕਰਨਾ ਹੈ, ਅਸੀਂ ਕੋਈ ਡਰਾਮੇਬਾਜ਼ੀ ਨਹੀਂ ਕਰਨੀ ਇੱਥੇ, ਅਸੀਂ ਤਾਂ ਆਪਦਾ ਰੋਸ ਪ੍ਰਗਟਾਉਣਾ। ਨਾ ਅਸੀਂ ਸੰਸਦ ਦੇ ਵਿੱਚ ਘੁਸਪੈਠ ਕਰਨੀ ਆ, ਨਾ ਅਸੀਂ ਕੋਈ ਹਮਲਾ ਕਰਨਾ, ਨਾ ਹੀ ਉਹਨੂੰ ਘੇਰਾ ਪਾਉਣਾ ਆ। 200-250 ਬੰਦਾ ਅਸੀਂ ਤਾਂ ਸਿਰਫ ਤੇ ਸਿਰਫ ਇੱਥੇ ਆਪਦਾ ਪ੍ਰਦਰਸ਼ਨ ਕਰਨਾ, ਤੇ ਪ੍ਰਦਰਸ਼ਨ ਕਰਨਾ ਸਾਨੂੰ ਕਾਨੂੰਨੀ ਹੱਕ ਹੈਗਾ। ਨਹੀਂ, ਨਾਲੇ ਵੱਖਰੀ ਥਾਂ ਤਾਂ ਇਉਂ ਦੇ ਦਿੰਨੇ ਜਿਵੇਂ ਉਹਨਾਂ ਨੇ ਡੀਜੇ ਲਾਉਣਾ ਹੁੰਦਾ ਆ, ਪਾਰਟੀ ਕਰਨੀ ਹੁੰਦੀ ਆ, ਵੀ ਤੁਸੀਂ ਇੱਥੇ ਨਾ ਰੌਲਾ ਪਾਇਓ, ਤੁਸੀਂ ਉੱਥੇ ਜਾ ਕੇ ਪਾਰਟੀ ਕਰ ਲਓ। ਇਹ ਵੱਖਰੀ ਥਾਂ ਦਾ ਰੌਲਾ ਇਹਨਾਂ ਦਾ ਸ਼ੁਰੂ ਤੋਂ ਹੀ ਚੱਲਿਆ ਹੋਇਆ, ਚਾਹੇ ਉਹ ਸ਼ਾਹੀਨ ਬਾਗ ਦੀ ਆਪਾਂ ਗੱਲ ਕਰ ਲਈਏ, ਚਾਹੇ ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ, ਜਾਂ ਜਿੰਨੇ ਵੀ ਅੰਦੋਲਨ ਇਸ ਤੋਂ ਪਹਿਲਾਂ ਹੋਏ ਨੇ ਉਹਨਾਂ ਦੀ ਗੱਲ ਕਰ ਲਈਏ, ਹਮੇਸ਼ਾ ਇੱਕੋ ਹੀ ਰਾਗ ਹੈ, ਵੱਖਰੀ ਥਾਂ ਦਿੰਨੇ ਆ, ਵੱਖਰੀ ਥਾਂ ਦਿੰਨੇ ਆ। ਜੇਕਰ ਤੁਸੀਂ ਹੁਣ ਤੱਕ ਜੋ ਸੜਕਾਂ ਰੋਕੀ ਬੈਠੇ ਨੇ, ਤਾਂ ਜੇ 7-8 ਮਹੀਨਿਆਂ ਚ ਉਹਦੀ ਗੱਲ ਨਹੀਂ ਸੁਣੀ ਤਾਂ ਵੱਖਰੀ ਥਾਂ ਤੇ ਬਿਠਾ ਕੇ ਤਾਂ ਪੱਕਾ ਹੀ ਸੁਣ ਲਓਗੇ। ਬਿਲਕੁਲ ਸਹੀ ਗੱਲ ਆ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਬੰਥਨ ਜੀ। ਜੀ, ਤੇ ਹੁਣ ਅੱਗੇ ਵਧੀਏ ਆਪਾਂ। ਦੇਖੋ, ਭਾਰਤ ਡਿਜੀਟਲ ਬਹੁਤ ਤਕੜੇ ਰੂਪ ਦੇ ਵਿੱਚ ਹੋਇਆ। ਡਿਜੀਟਲ ਨਹੀਂ। ਅੱਛਾ, ਮੈਂ ਪਹਿਲਾਂ ਹੀ ਮੈਂ ਕਿਹਾ ਸਾਫ਼ ਕਰ ਲਾਂ, ਮੈਨੂੰ ਡਿੱਗੀ ਚੱਲ ਹੀ ਲੱਗਿਆ ਸੀ। ਨਹੀਂ, ਅਸਲ ਦੇ ਵਿੱਚ ਸਰਕਾਰ ਕਹਿੰਦੀ ਵੀ ਡਿਜੀਟਲ ਬਣਾ ਦਿੱਤਾ। ਅੱਛਾ ਜੀ। ਇਹ ਵੱਖਰੀ ਗੱਲ ਆ ਵੀ ਭਾਈ ਤੁਹਾਡੇ ਖਾਤੇ ਚੋਂ ਕੋਈ ਹੋਰ ਪੈਸੇ ਕਢਾ ਕੇ ਲੈ ਜਾਂਦਾ। ਇਹ ਵੱਖਰੀ ਗੱਲ ਆ ਵੀ ਭਾਈ ਤੁਹਾਡੇ ਅਕਾਊਂਟ ਜੀ ਅੱਜ ਕੱਲ ਹੈਕ ਹੂਕ ਹੋ ਜਾਂਦੇ ਆ। ਉਹ ਜਿਹੜੇ ਕਹਿੰਦੇ ਨਾ ਵੀ ਬਾਹਲੇ ਤਿੱਖੇ ਜਿਹੇ ਲੋਕ ਆ, ਜਿਹੜੇ ਨੈਟ ਨੂਟ ਤੇ ਹੈਕਰਸ ਹੁੰਦੇ, ਆਹੀ ਜਿਹੜਾ ਹੈਕਰਸ, ਇਹ ਕਹਿੰਦੇ ਬਹੁਤ ਵੱਡਾ ਖਲਾਰਾ ਪਾਉਂਦੇ, ਬੰਦੇ ਨੂੰ ਲੁੱਟ ਕੇ ਖਾ ਜਾਂਦੇ ਆ ਜੀ, ਬਹੁਤ ਕੁਝ ਕਰਦੇ ਨੇ। ਪਰ ਸਰਕਾਰ ਕਹਿੰਦੀ ਵੀ ਡਿਜੀਟਲ ਹੀ ਹੁੰਦਾ। ਅੱਛਾ ਜੀ। ਕਹਿੰਦੇ ਵੀ ਅਸੀਂ ਕਮਾਲਾਂ ਹੀ ਕਰਤੀਆਂ, ਅਸੀਂ ਤਾਂ ਬਾਹਰਲੇ ਮੁਲਕਾਂ ਦਾ ਮੁਕਾਬਲਾ ਕਰਦੇ ਆ। ਅੱਛਾ। ਤੇ ਪਰ ਜਦੋਂ ਹੁਸ਼ਿਆਰਪੁਰ ਦੇ ਵੱਲ, ਪਟਿਆਲ ਪਿੰਡ ਵੱਲ ਜਾਂਦੇ ਆ, ਉੱਥੇ ਮੁਕਾਬਲਾ ਘਟ ਜਾਂਦਾ। ਕਿਵੇਂ? ਹੁਣ ਦੇਖੋ, 1.5 ਸਾਲ ਤੋਂ ਭਾਰਤ ਦੇ ਸਕੂਲ ਕਾਲਜ ਤਾਂ ਬੰਦ ਹੋਏ ਪਏ ਆ, ਹੁਣ ਸਕੂਲ ਫੇਰ ਲੱਗਣਗੇ ਪੰਜਾਬ ਦੇ ਵਿੱਚ। ਪਰ ਹੈਰਾਨੀ ਹੁੰਦੀ ਹੈ ਜੀ ਕਿ ਹਾਲੇ ਤੱਕ ਆਨਲਾਈਨ ਕਲਾਸਾਂ ਲਾਉਣ ਦੇ ਲਈ ਨੈਟਵਰਕ ਦਾ ਵੀ ਪ੍ਰਬੰਧ ਨਹੀਂ ਕਰਕੇ ਦਿੱਤਾ ਗਿਆ। ਕੀ ਮਤਲਬ? ਇੱਥੇ ਪਤਾ ਲੱਗਾ ਜੀ ਕਿ ਕਈ ਪਿੰਡਾਂ ਦੇ ਵਿੱਚ ਨੈਟਵਰਕ ਦੀ ਬਹੁਤ ਵੱਡੀ ਸਮੱਸਿਆ, ਤੇ ਫਿਰ ਉਹਨਾਂ ਪਿੰਡਾਂ ਦੇ ਨਿਆਣੇ ਜਿਹੜੇ ਕਿ 5ਵੀਂ ਦੇ 6ਵੀਂ ਦੇ 7ਵੀਂ ਦੇ 8ਵੀਂ ਜਿਹਨਾਂ ਨੇ ਕਲਾਸਾਂ ਲਾਉਣੀਆਂ ਜਾਂ ਜਿਨ੍ਹਾਂ ਨੇ ਆਨਲਾਈਨ ਇਮਤਿਹਾਨ ਦੇਣੇ ਆ, ਉਹ 200 ਫੁੱਟ ਉੱਚੀ ਇੱਕ ਪਹਾੜੀ ਦੇ ਉੱਤੇ ਚੜ੍ਹਦੇ ਆ। ਅੱਛਾ ਜੀ। ਉਸ ਪਹਾੜੀ ਦੇ ਉੱਤੇ ਨੈਟਵਰਕ ਆਉਂਦਾ ਉਸ ਥਾਂ ਦੇ ਉੱਤੇ, ਉਹ ਫਿਰ ਉੱਥੇ ਆਪਣਾ ਇਮਤਿਹਾਨ ਦਿੰਦੇ ਆ, ਕਿਉਂਕਿ ਉੱਥੇ ਉਹਨਾਂ ਦਾ ਮੋਬਾਈਲ ਚੱਲਦਾ, ਉੱਥੇ ਉਹਨਾਂ ਦੀ ਸਾਰੀ ਜਿਹੜੀ ਪ੍ਰਕਿਰਿਆ ਪੂਰੀ ਹੁੰਦੀ ਹੈ। ਤੇ ਜਦੋਂ ਉਸ ਇਲਾਕੇ ਦੇ ਨੇਤਾਵਾਂ ਨੂੰ ਪੁੱਛੀਦਾ, ਉਹ ਕਹਿੰਦੇ ਨੇ ਜੀ ਇਹ ਤਾਂ ਕੇਂਦਰ ਦਾ ਕੰਮ ਆ। ਤੇ ਜਦੋਂ ਇੱਥੇ ਮੈਂਬਰ ਪਾਰਲੀਮੈਂਟ ਨੂੰ ਪੁੱਛੀਦਾ, ਉਹ ਕਹਿੰਦੇ ਨੇ ਜੀ ਕੋਈ ਗੱਲ ਨਹੀਂ,
50 ਕੁ ਲੱਖ ਰੁਪਏ ਦਾ ਖਰਚਾ ਤੇ ਸਰਕਾਰ ਬਹੁਤ ਜਲਦ ਇਹ ਮਸਲਾ ਹੱਲ ਕਰੂਗੀ। ਟਾਵਰ ਲਵਾਉਣਾ ਪੈਣਾ। ਅੱਛਾ ਜੀ, ਤੇ ਉਹ ਟਾਵਰ ਕੀ ਲੋਕ ਲਵਾ ਲੈਣ? ਮਤਲਬ ਇਹ ਮਸਲਾ ਕਿਹੜਾ ਅੱਜ ਖੜਾ ਹੋਇਆ ਹੈ? ਇਹ ਤਾਂ ਜਦੋਂ ਤੋਂ ਮੈਨੂੰ ਲੱਗਦਾ ਮੋਬਾਈਲ ਨੈਟਵਰਕ ਆਇਆ ਇੰਡੀਆ ਦੇ ਵਿੱਚ, ਜਾਂ ਜਦੋਂ ਤੋਂ ਸ਼ੁਰੂਆਤ ਹੋਈ ਹੈ ਇੱਥੇ ਇੰਟਰਨੈਟ ਦੀ, ਉਦੋਂ ਤੋਂ ਹੀ ਇਹ ਸਮੱਸਿਆਵਾਂ ਹਰ ਕੋਈ ਝੇਲ ਰਿਹਾ ਹੈ। ਕਿਸੇ ਦੇ ਕੋਈ ਨੈਟਵਰਕ ਨਹੀਂ ਆਉਂਦਾ, ਕਿਸੇ ਦੇ ਕੋਈ ਨੈਟਵਰਕ ਨਹੀਂ ਹੁੰਦਾ। ਹਾਂ, ਜਿਹੜੇ ਸਰਕਾਰ ਦੇ ਚਹੇਤੇ ਨੇ ਉਹਨਾਂ ਦਾ ਨੈਟਵਰਕ ਹਰ ਥਾਂ ਤੇ ਆਉਂਦਾ। ਉਹ ਆਉਂਦਾ, ਦੇਖੋ ਉਹਨਾਂ ਤਕੜੇ ਦਾ 7ਵੀਂ ਹੀ 100 ਆ। ਨਹੀਂ, ਪਰ ਹੱਦ ਹੁੰਦੀ ਹੈ। ਆਮ ਬੰਦੇ ਦਾ ਵੀ ਸੋਚੋ ਨਾ, ਉਹਨਾਂ ਨੇ ਇੱਕ ਤਾਂ ਪੱਲਿਓਂ ਪੈਸੇ ਵੀ ਖਰਚਣੇ ਨੇ, ਹਨਾ, ਦੂਜਾ ਉਹਨਾਂ ਨੇ ਆਪਣੇ ਭਵਿੱਖ ਦੇ ਲਈ ਸਾਰਾ ਕੁਝ ਕਰਨਾ ਹੈ, ਤੇ ਤੀਜਾ ਉੱਥੇ ਨੈਟਵਰਕ ਹੀ ਨਹੀਂ ਆਉਂਦਾ। ਕਸੂਰ ਕੀ ਉਹਨਾਂ ਦਾ? ਬਿਲਕੁਲ, ਗੱਲ ਤਾਂ ਥੋੜੀ ਸਹੀ ਆ, ਪਰ ਜੇਕਰ ਇਹ ਗੱਲ ਸਾਡੇ ਨੇਤਾਵਾਂ ਦੇ ਖਾਨੇ 'ਚ ਪਵੇ ਤਾਂ ਨਾ, ਤੇ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਬੇਨਤੀ ਆ ਵੀ ਤੁਹਾਡੇ ਬੱਚੇ ਪ੍ਰਭਾਵਿਤ ਹੁੰਦੇ ਆ। ਪਹਾੜੀਆਂ ਤੇ ਮੀਂਹ ਕਣੀ ਦੇ ਵਿੱਚ ਤੁਸੀਂ ਚੜ੍ਹਦੇ ਆ, ਤਿੱਖੜ ਦੁਪਹਿਰਾਂ ਦੇ ਵਿੱਚ ਨਿਆਣੇ ਲੈ ਕੇ ਤੁਸੀਂ ਜਾਂਦੇ ਹੋ ਵੀ ਇੱਥੇ ਨੈਟਵਰਕ ਆਉਂਦਾ, ਫਿਰ ਤੁਸੀਂ ਸਵਾਲ ਕਰਿਓ ਇਤਕੀ, ਤੁਸੀਂ ਕਹੋ ਜੀ ਕਿ ਹੁਣ ਤੱਕ ਟਾਵਰ ਲੱਗਾ ਕਿਉਂ ਨਹੀਂ। ਹੁਣ ਉਹ ਕਹਿਣਗੇ ਵੀ ਲਾ ਦੇਾਂਗੇ, ਪਰ ਤੁਸੀਂ ਇਹ ਪੁੱਛੋ ਵੀ ਹੁਣ ਤੱਕ ਕਿਉਂ ਨਹੀਂ ਲੱਗਾ। ਤੁਸੀਂ ਤਾਂ ਇਹ ਗੱਲ ਕਹਿੰਦੇ ਜੀ ਕਿ ਭਾਰਤ ਦੇ ਵਿੱਚ ਕਮਾਲਾਂ ਹੋਈਆਂ ਪਈਆਂ, ਆ ਜਿਹੜੇ ਕਾਰਪੋਰੇਟ ਕੰਪਨੀਆਂ ਤਾਂ ਕਮਾਲਾਂ ਕਰੀ ਜਾਂਦੀਆਂ, ਪਰ ਸਾਡਾ ਪਿੰਡ ਕੀ ਭਾਰਤ ਦਾ ਹਿੱਸਾ ਨਹੀਂ? ਸਾਡਾ ਪਿੰਡ ਕੀ ਪੰਜਾਬ ਦਾ ਹਿੱਸਾ ਨਹੀਂ? ਸਾਡਾ ਕਸੂਰ ਕੀ ਆ? ਬਿਲਕੁਲ ਸਹੀ ਹੈ। ਦੇਖੋ, ਹਰ ਪਾਸੇ ਆਮ ਬੰਦਾ ਨਾ ਪਰੇਸ਼ਾਨ ਹੀ ਹੈ ਟਾਣਾ ਸਾਹਿਬ। ਜਿੱਦਾਂ ਮਰਜ਼ੀ ਝਾਤ ਮਾਰ ਲਓ, ਆਮ ਬੰਦੇ ਨੂੰ ਜੋ ਕੁਝ ਸਹਿਣਾ ਪੈਂਦਾ, ਜੋ ਕੁਝ ਨਜਿੱਠਣਾ ਪੈਂਦਾ ਨਾ, ਇਹ ਉਹੀ ਜਾਣਦਾ ਹੈ। ਇਹ ਨੇਤਾ, ਇਹ ਵੱਡੇ ਮੰਤਰੀ ਸੰਤਰੀ ਕਦੇ ਨਹੀਂ ਜਾਣ ਸਕਦੇ। ਮੈਂ ਤਾਂ ਨਾ ਕਦੇ ਸੋਚਦਾ ਹੁੰਨਾ ਵੀ ਜਿਹੜੀਆਂ ਵੱਖ-ਵੱਖ ਨਿੱਜੀ ਕੰਪਨੀਆਂ, ਉਹਨਾਂ ਨੇ ਬਹੁਤ ਸਸਤੀ ਕਰਤੀ ਆ ਮੋਬਾਈਲ ਕਰਨ ਦੀ ਦਾਰਾ ਜਿਹੜੀ। ਉਹ ਮੇਰਾ ਖਿਆਲ ਆ ਵੀ ਹੁਣ ਤਾਂ 300-400 ਰੁਪਏ ਦੇ ਵਿੱਚ ਮਹੀਨਾ ਨਿਕਲ ਜਾਂਦਾ, ਅਨਲਿਮਿਟਡ ਜਿੰਨੀਆਂ ਮਰਜ਼ੀ ਫੋਨ ਕਾਲਾਂ ਕਰੀ ਚੱਲੋ। ਪਰ ਫਿਰ ਵੀ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ, ਉਹਨਾਂ ਨੂੰ ਹਜ਼ਾਰਾਂ ਰੁਪਈਆ ਭੱਤਾ ਮੋਬਾਈਲ ਭੱਤੇ ਦੇ ਤੌਰ ਤੇ ਕਿਉਂ ਮਿਲਦਾ? ਉਹਨਾਂ ਨੂੰ 2-2, 250, 300 ਰੁਪਏ ਦਾ ਰੀਚਾਰਜ ਕਰਵਾ ਦਿਓ ਤੇ ਗੱਲ ਖਤਮ। ਗੱਲ ਇਹ ਹੈ, ਇਹਨਾਂ ਦੀ ਆਪਣੀ ਚਹੇਤੀ ਗੱਲ ਫਿਰ ਉੱਥੇ ਆਉਂਦੀ, ਆਪਣੀ ਚਹੇਤੀ ਕੰਪਨੀ ਆ, ਉਹ ਵਾਵਾ ਪਲਾਨ ਪਲੂਨ ਜੇ ਲੈ ਕੇ ਆਉਂਦੇ ਨੇ, ਤੇ ਫਿਰ ਉਹਨਾਂ ਦੇ ਰੀਚਾਰਜ ਕਰਵਾ ਦਿਓ। ਉਹ ਪਲਾਨ ਦਿੰਦੇ ਲੋਕਾਂ ਨੂੰ, ਤੇ ਜਦੋਂ ਚੋਣਾਂ ਚਾਣਾ ਹੁੰਦੀਆਂ ਆਪਦੇ ਪਲੇਨ ਵੀ ਦਿੰਦੇ ਆ ਵੀ ਤੁਸੀਂ ਇਹਦੇ ਤੇ ਜਾ ਕੇ ਪ੍ਰਚਾਰ ਕਰ ਲਓ, ਤੇ ਉਹ ਉੱਡ ਕੇ ਜਾਂਦੇ ਆ ਤੇ ਲੋਕਾਂ ਦਾ ਕੁਝ ਸੁਣਦੇ ਨਹੀਂ, ਤੇ ਫਿਰ ਲੋਕਾਂ ਨੂੰ ਹੀ ਚੂੰਡਦੇ ਉਹਨਾਂ ਕੰਪਨੀਆਂ ਵਾਲੇ, ਤੇ ਲੋਕ ਫਿਰ ਵਿਰੋਧ ਕਰਦੇ ਆ। ਤੇ ਜਦੋਂ ਕਿਸਾਨ ਵਿਰੋਧ ਕਰਦੇ ਤੇ ਫਿਰ ਕਹਿੰਦੇ ਇਹ ਤਾਂ ਆਤੰਕਵਾਦੀ ਹੈ, ਇਹ ਤਾਂ ਮਾਓਵਾਦੀ ਹੈ। ਹਾਂ, ਫਿਰ ਦੂਜੇ ਪਾਸੇ ਚੱਲ ਪੈਂਦੇ ਆ। ਸੋ ਜ਼ਰੂਰਤ ਇਸ ਵਕਤ ਇਸ ਗੱਲ ਦੀ ਆ ਕਿ ਚੰਗੇ ਮਾੜੇ ਦੀ ਪਰਖ ਕਰੀਏ। ਬਿਲਕੁਲ, ਉਹ ਜਿਹੜੀਆਂ ਪੁਰਾਣੀਆਂ ਰਵਾਇਤੀ ਗੱਲਾਂ ਵੀ ਭਾਈ ਫਲਾਣਾ ਹੀ ਹੁੰਦਾ, ਫਲਾਣਾ ਹੀ ਹੁੰਦਾ, ਇਹਦੇ ਵਿੱਚੋਂ ਉੱਪਰ ਉੱਠੀਏ, ਆਪਦੇ ਪਰਖ ਦੇ ਨੱਕੇ ਦੇ ਵਿੱਚੋਂ ਕੱਢੀਏ, ਤੁਹਾਡੀ ਸੋਚ ਕੀ ਕਹਿੰਦੀ ਆ ਉਹਦੇ ਮੁਤਾਬਕ ਚੱਲੀਏ। ਹਰਮਨ ਜੀ, ਉਲਟੇ ਜ਼ਮਾਨੇ ਆਏ ਪਏ ਆ, ਉਲਟੇ ਹੋਰ ਜ਼ਮਾਨੇ ਆਏ ਤੇ ਹੁਣ ਅਸੀਂ ਭੇਡ ਸੱਜਣ ਦੇ ਪਾਏ। ਵਾਹ ਵਾਹ। ਮੈਂ ਤਾਂ ਕਦੇ ਹੈਰਾਨ ਹੋ ਜਾਂਦਾ ਵੀ ਹੋਈ ਕੀ ਜਾਂਦਾ ਦੁਨੀਆ ਦੇ ਵਿੱਚ। ਹਾਲਾਂਕਿ ਹਰ ਬੰਦੇ ਦੀ ਆਪੋ ਆਪਣੀ ਮਰਜ਼ੀ ਆ, ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਦਖਲ ਦੇਣ ਦਾ ਹੱਕ ਨਹੀਂ ਰੱਖਦੇ, ਪਰ ਕਈ ਵਾਰ ਵਰਤਾਰੇ ਇਹੋ ਜਿਹੇ ਸਾਹਮਣੇ ਆਉਂਦੇ ਵੀ ਇਉਂ ਵੀ ਹੋ ਜਾਂਦਾ। ਅੱਗੇ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਕੁੜੀ ਦੇ ਲਈ ਚੰਗਾ ਮੁੰਡਾ ਲੱਭਣਾ, ਮੁੰਡੇ ਲਈ ਚੰਗੀ ਕੁੜੀ ਲੱਭਣੀ ਆ, ਪਰ ਹੁਣ ਜਦੋਂ ਮੁੰਡਾ ਮੁੰਡੇ ਨਾਲ ਤੇ ਕੁੜੀ ਕੁੜੀ ਨਾਲ ਵਿਆਹ ਕਰਵਾਉਂਦੀ ਹੈ ਤੇ ਉਦੋਂ ਥੋੜੀ ਜਿਹੀ ਹੈਰਾਨੀ ਹੁੰਦੀ ਆ। ਵੈਸੇ ਤਾਂ ਕੁੱਲ ਦੁਨੀਆ ਦੇ ਵਿੱਚ ਹੀ ਇਦਾਂ ਦਾ ਵਰਤਾਰਾ ਚੱਲ ਰਿਹਾ, ਪਰ ਜਦੋਂ ਪੰਜਾਬ ਦੇ ਵਿੱਚ ਚੱਲਦਾ ਤਾਂ ਫਿਰ ਹੈਰਾਨੀ ਹੋਣੀ ਕੁਦਰਤੀ ਵੀ ਆ, ਕਿਉਂਕਿ ਜਿੱਥੇ ਕਦੇ ਖਬਰ ਆਵੇ ਉੱਥੇ ਵੱਡੀ ਖਬਰ ਬਣਦੀ ਆ। ਤੇ ਇਹ ਜਗਰਾਉਂ ਦੀ ਖਬਰ ਜਿਹੜੀ ਆ, ਜਿੱਥੇ ਕਿ 2 ਚਚੇਰੀਆਂ ਭੈਣਾਂ ਨੇ ਆਪਸ ਦੇ ਵਿੱਚ ਵਿਆਹ ਕਰਵਾ ਲਿਆ, ਤੇ ਦੋਵਾਂ ਦਾ ਭਰਾ ਜਿਹੜਾ ਉਹਨੇ ਕੰਨਿਆਦਾਨ ਕੀਤਾ, ਤੇ ਇਹ ਖਬਰ ਬਹੁਤ ਵੱਡੇ ਪੱਧਰ ਦੇ ਉੱਤੇ ਹੈ, ਤੇ ਸੰਬੰਧਿਤ ਪਿੰਡ ਦੀ ਪੰਚਾਇਤ ਦੇ ਵੱਲੋਂ ਤੇ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਅਸੀਂ ਇਹਨਾਂ ਬੀਬੀਆਂ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦੇਣਾ। ਦੇਖੋ ਟਾਣਾ ਸਾਹਿਬ, ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਇਹ ਹਰੇਕ ਦਾ ਨਿੱਜੀ ਮਸਲਾ ਹੈ ਕਿ ਇਹਨੇ ਵਿਆਹ ਕਰਾਉਣਾ, ਕਿ ਇਹਨੇ ਨਹੀਂ ਕਰਾਉਣਾ, ਕਿਹਦੇ ਨਾਲ ਕਰਾਉਣਾ, ਇਹ ਹਰੇਕ ਦੀ ਆਪਣੀ ਮਰਜ਼ੀ ਹੈ। ਅਸੀਂ ਤੁਸੀਂ ਕੋਈ ਨਹੀਂ ਇਹਦੇ ਉੱਪਰ ਟਿੱਪਣੀ ਕਰਨ ਵਾਲੇ, ਹਨਾ। ਸੋ ਗੱਲ ਇਹ ਹੈ ਕਿ ਠੀਕ ਹੈ, ਅੱਜ ਕੱਲ ਮਾਹੌਲ ਬਹੁਤ ਬਦਲ ਗਿਆ। ਅੱਜ ਕੱਲ ਆਪਾਂ ਪੂਰੀ ਦੁਨੀਆ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਪੜ੍ਹਦੇ ਆ ਕਿ ਮੁੰਡਾ ਮੁੰਡੇ ਨਾਲ ਵਿਆਹ ਕਰਾਈ ਜਾ ਰਿਹਾ, ਕੁੜੀ ਕੁੜੀ ਨਾਲ ਵਿਆਹ ਕਰਾਈ ਜਾ ਰਹੀ ਹੈ। ਇਹ ਮਾਹੌਲ ਚਾਲ ਬਿਲਕੁਲ ਬਦਲ ਚੁੱਕਿਆ ਹੈ। ਆਪਾਂ ਨਹੀਂ ਜਾਣਦੇ ਕਿ ਉਹਨਾਂ ਦੇ ਸਭ ਦੀ ਇਸ ਮਾਮਲੇ ਦੇ ਉੱਤੇ ਰਾਏ ਆਪੋ ਆਪਣੀ ਜੀ, ਰਾਏ ਆਪੋ ਆਪਣੀ ਹੈ। ਜਿੰਨੇ ਮੂੰਹ ਉਨੀਆਂ ਗੱਲਾਂ ਨੇ, ਕੁਝ ਲੋਕ ਸਹਿਮਤ ਹੋਣਗੇ, ਕੁਝ ਲੋਕ ਅਸਹਿਮਤ ਹੋਣਗੇ, ਕੁਝ ਲੋਕ ਦੋਵਾਂ ਪੱਖਾਂ ਦੀ ਗੱਲ ਰੱਖਣਗੇ, ਹਨਾ। ਪਰ ਇਹ ਜੋ ਕੁਝ ਵੀ ਹੋਇਆ, ਇਹਦੇ ਵਿੱਚ ਮੈਨੂੰ ਇਹ ਲੱਗਦਾ ਉਹਨਾਂ ਦੀ ਆਪਦੀ ਮਰਜ਼ੀ ਸੀ, ਉਹਨਾਂ ਨੇ ਜੋ ਵੀ ਕੀਤਾ, ਤੇ ਇਹਦੇ ਤੇ ਉੱਤੇ ਮਤਲਬ ਕੋਈ ਵੀ ਹੋਰ ਕਿੰਤੂ ਨਹੀਂ ਕਰ ਸਕਦਾ। ਮੈਂ ਤੁਹਾਨੂੰ ਦੱਸਦਾ ਵੀ ਇੱਕ ਕੁੜੀ ਹੈ ਜਿਹੜੀ, ਉਹਦੇ ਮਾਪਿਆਂ ਨੇ ਪੁਲਿਸ ਦੇ ਕੋਲੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ। ਅੱਛਾ ਜੀ। ਵੀ ਸਾਡੀ ਕੁੜੀ ਤਾਂ ਲੱਭ ਨਹੀਂ ਰਹੀ। ਦੂਜੇ ਮਾਪੇ ਵੀ ਬੜੇ ਪਰੇਸ਼ਾਨ ਕੁੜੀ ਦੇ ਵੀ ਭਾਈ ਸਾਡੀ ਕੁੜੀ ਵੀ ਨਹੀਂ ਲੱਭ ਰਹੀ। ਇਹ ਤਾਂ ਪਤਾ ਉਹਨਾਂ ਨੂੰ ਉਦੋਂ ਲੱਗਿਆ ਵੀ ਜਦੋਂ ਵੀਡੀਓ ਵਾਇਰਲ ਹੋ ਗਈ। ਅੱਛਾ ਜੀ। ਵੀ ਭਾਈ ਉਹਨਾਂ ਨੇ ਤਾਂ ਆਪਸ ਦੇ ਵਿੱਚ ਵਿਆਹ ਕਰਵਾ ਲਿਆ। ਮਤਲਬ ਟੱਬਰ ਦੇ ਕਿਸੇ ਜੀ ਨੂੰ ਨਹੀਂ ਸੀ ਪਤਾ, ਟੱਬਰ ਦੇ ਕਿਸੇ ਜੀ ਨੂੰ ਕੁਝ ਨਹੀਂ ਪਤਾ ਵੀ ਅੰਦਰ ਖਾਤੇ ਕੀ ਚੱਲ ਰਿਹਾ, ਕਿਹਦੇ ਨਾਲ ਨੇੜਤਾ, ਕੌਣ ਕੀ ਸੋਚ ਰਿਹਾ, ਕੌਣ ਕੀ ਕਰ ਰਿਹਾ। ਇਹ ਤਾਂ ਜਦੋਂ ਲੋਕਾਂ ਦੇ ਵਿੱਚ ਵੀਡੀਓ ਘੁੰਮੀ ਤਾਂ ਉਸ ਤੋਂ ਬਾਅਦ ਪਤਾ ਲੱਗਾ। ਉਸ ਤੋਂ ਬਾਅਦ ਇਹ ਪਤਾ ਲੱਗਾ ਜੀ ਕਿ ਇੱਕ ਕੁੜੀ ਦੇ ਭਰਾ ਦੇ ਵੱਲੋਂ ਹੀ ਇਹ ਕੰਨਿਆਦਾਨ ਕੀਤਾ ਗਿਆ।
ਉਹ ਕੁੜੀ ਦਾ ਭਰਾ ਕਹਿੰਦਾ ਜੀ ਕਿ ਮੈਨੂੰ ਇਉਂ ਲੱਗਦਾ ਸੀ ਵੀ ਠੀਕ ਆ ਜੋ ਇਹ ਚਾਹੁੰਦੀਆਂ ਆਪਾਂ ਕਰਵਾਤਾ, ਪਰ ਹੁਣ ਮਾਪਿਆਂ ਦੇ ਵੱਲੋਂ ਵੀ ਇਤਰਾਜ਼ ਜ਼ਾਹਰ ਕੀਤਾ ਗਿਆ, ਇੱਕ ਕੁੜੀ ਨੂੰ ਬੇਦਖਲ ਕਰਤਾ ਉਹਦੇ ਟੱਬਰ ਦੇ ਜੀਆਂ ਨੇ, ਤੇ ਹੁਣ ਪਿੰਡ ਦੀ ਪੰਚਾਇਤ ਦੇ ਵੱਲੋਂ ਸਖਤ ਸਟੈਂਡ ਲਿਆ ਗਿਆ, ਕਹਿੰਦੇ ਵੀ ਅਸੀਂ ਇਦਾਂ ਹੋਣ ਨਹੀਂ ਸੀ ਦੇਣਾ। ਸੋ ਇਦਾਂ ਦੇ ਵਿਚਾਰ ਸਾਹਮਣੇ ਆਏ ਆ ਤੇ ਪੰਜਾਬ ਦੇ ਲੋਕਾਂ ਦੀ, ਸਾਡੇ ਦਰਸ਼ਕਾਂ ਦੀ ਇਹਦੇ ਮੁਤਲਕ ਕੀ ਰਹੇ ਆ, ਅਸੀਂ ਚਾਹੁੰਦੇ ਹਾਂ ਜੀ ਕਿ ਇਹਦੇ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ। ਬਿਲਕੁਲ, ਜ਼ਰੂਰ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਹਰੇਕ ਨੂੰ ਆਪਣੇ ਮਨ ਦੀ ਗੱਲ ਕਰਨ ਦਾ ਹੱਕ ਹੈ, ਉਹ ਜ਼ਰੂਰ ਕਰਨ। ਬਾਕੀ ਗੱਲ ਇਹ ਹੈ ਟਾਣਾ ਸਾਹਿਬ, ਵੈਸੇ ਜੇ ਵਿਆਹ ਦੀ ਗੱਲ ਕਰੀਏ ਨਾ, ਅੱਜ ਕੱਲ ਵਿਆਹ ਦੇ ਬਾਰੇ ਤਾਂ ਕੀ ਕਹੀਏ ਤੇ ਕੀ ਨਾ ਕਹੀਏ, ਕਿਉਂਕਿ ਪਤਾ ਹੀ ਨਹੀਂ ਲੱਗਦਾ ਕਿ ਹੋਈ ਕੀ ਜਾਂਦਾ ਪੂਰੇ ਭਾਰਤ ਦੇ ਵਿੱਚ। ਬਸ ਚੁੱਪੀ ਭਲਾ। ਹਾਂ, ਮੈਂ ਤਾਂ ਕਦੇ ਕਦੇ ਸੋਚਦਾ ਹੁੰਨਾ ਵੀ ਕੀ ਕਵਾਂ, ਬਸ ਠੀਕ ਹੀ ਆ ਜੀ। ਅੱਜ ਕੱਲ ਬਹੁਤ ਸਾਰੇ ਮਾਮਲੇ, ਬਹੁਤ ਸਾਰੀਆਂ ਸਮੱਸਿਆਵਾਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਜਿਹਦੇ ਬਾਰੇ ਕਦੇ ਕਿਆਸ ਨਹੀਂ ਸੀ ਕੀਤਾ ਹੁੰਦਾ। ਜਿਹਨੇ ਕਦੇ ਪੰਜੀ ਨਹੀਂ ਲਈ ਉਹਦੇ ਉੱਤੇ ਦਾਜ ਦਾ ਦੋਸ਼ ਲੱਗਦਾ, ਜਿਹਨੇ ਦਾਜ ਬਹੁਤ ਲਿਆ ਹੁੰਦਾ ਉਹ ਫੇਰ ਵੀ ਨਹੀਂ ਰੱਜਦਾ। ਇਹੋ ਜਿਹੀਆਂ ਇੰਨੀਆਂ ਖਬਰਾਂ ਆਉਂਦੀਆਂ, ਕਈ ਥਾਵਾਂ ਤੇ ਮੁੰਡੇ ਦੀ ਗਲਤੀ, ਕਈ ਥਾਵਾਂ ਤੇ ਕੁੜੀ ਦੀ ਗਲਤੀ। ਪਰ ਗੱਲ ਇਹ ਆ ਵੀ ਗਲਤ ਭਾਵੇਂ ਮੁੰਡਾ ਹੋਵੇ ਤੇ ਗਲਤ ਭਾਵੇਂ ਕੁੜੀ ਹੋਵੇ, ਪਰ ਜਦੋਂ ਤੁਸੀਂ ਦੋ ਪਰਿਵਾਰਾਂ ਤੋਂ ਦੋ ਪਾਰਟੀਆਂ ਦੇ ਵਿੱਚ ਬਦਲ ਗਏ ਤੇ ਫਿਰ ਤੁਹਾਡੀ ਸੂਤ ਆ ਨਹੀਂ ਸਕਦੀ ਗੱਲ। ਜਦੋਂ ਤੁਹਾਡਾ ਕਰੂਰਾ ਨਹੀਂ ਰਲਦਾ ਤੇ ਫਿਰ ਉਸ ਤੋਂ ਬਾਅਦ ਗੱਲ ਖਤਮ। ਜਦੋਂ ਤੁਸੀਂ ਦੋ ਪਾਰਟੀਆਂ 'ਚ ਵੰਡੇ ਗਏ ਤੇ ਫਿਰ ਜਦੋਂ ਤੁਹਾਨੂੰ ਹਾਕ ਪੈਂਦੀ ਹੈ ਨਾ ਵੀ ਇਧਰਲੀ ਪਾਰਟੀ ਆ ਜਾਓ, ਤੇ ਫਿਰ ਤੁਹਾਡੀ ਗੱਲ ਬਣਦੀ ਨਹੀਂ। ਤੇ ਇੱਕ ਛੱਤ ਦੇ ਥੱਲੇ ਰਹਿਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਨਿਭਦੀ ਬਹੁਤ ਆ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਆ ਵੀ ਰੋਸੇ ਨੂੰ ਰਾਤ ਪੈਣੀ ਨਹੀਂ ਚਾਹੀਦੀ। ਸਿਆਣੇ ਕਹਿੰਦੇ ਨੇ। ਹਾਂ, ਤੇ ਜੇਕਰ ਲੰਮਾ ਸਮਾਂ ਲੰਘ ਜੇ ਤੇ ਫਿਰ ਗੱਲ ਸੂਤ ਵੀ ਨਹੀਂ ਆਉਂਦੀ, ਫਿਰ ਸੂਤ ਨਹੀਂ ਆਉਂਦੀ, ਫਿਰ ਸਮਝੌਤਾ ਹੋ ਸਕਦਾ। ਵੈਸੇ ਵੀ ਕਹਿੰਦੇ ਆ ਜਿਹੜੇ ਰਿਸ਼ਤੇ ਦੇ ਵਿੱਚ ਗੰਢ ਪੈ ਜਾਵੇ, ਉਹ ਫਿਰ ਗੰਢ ਤਾਂ ਰੜਕਦੀ ਹੋਈ ਰਹਿੰਦੀ ਹੈ ਹਮੇਸ਼ਾ। ਉਹ ਕਿਤੇ ਨਾ ਕਿਤੇ, ਚਾਹੇ ਤੁਸੀਂ ਜਿੰਨਾ ਮਰਜ਼ੀ ਸੋਚ ਲਓ ਕਿ ਮੈਂ ਨਹੀਂ ਵੀ ਸਾਰਾ ਕੁਝ ਫਿਰ ਤੋਂ ਠੀਕ ਹੋ ਜਾਊਗਾ, ਫਿਰ ਤੋਂ ਤਾਬੇ ਆ ਜਾਊਗਾ, ਪਰ ਉਹ ਆਉਂਦਾ ਨਹੀਂ ਹੁੰਦਾ। ਉਹ ਗੰਢ ਜ਼ਰੂਰ ਰੜਕਦੀ ਰਹਿੰਦੀ ਹੈ। ਬਾਕੀ ਗੱਲ ਇਹ ਹੈ ਟਾਣਾ ਸਾਹਿਬ, ਸੋਚ ਮਿਲਣੀ ਜ਼ਰੂਰੀ ਹੈ, ਤੁਹਾਡੀ ਸਮਝ ਮਿਲਣੀ ਜ਼ਰੂਰੀ ਹੈ, ਤੇ ਮਾਪਿਆਂ ਦੀ ਗੱਲ ਦੇ ਵਿੱਚ ਰਹਿ ਕੇ ਹੀ ਸਾਰੇ ਫੈਸਲੇ ਲੈਣੇ ਚਾਹੀਦੇ ਨੇ। ਤੇ ਮਾਪਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਨਾ ਕਿਹਾ ਕਰੋ ਵੀ ਭਾਈ ਸਾਡੀ ਜ਼ਿੰਮੇਵਾਰੀ ਹੈ ਤੇ ਜੇਕਰ ਨਿਆਣਾ ਵਿਗੜਿਆ ਤੇ ਦਾ ਵਿਆਹ ਕਰ ਲਓ ਠੀਕ ਹੋ ਜੂ। ਉਹਨੇ ਵੀ ਅੱਗੋਂ ਕੋਈ ਟ੍ਰੇਨਿੰਗ ਨਹੀਂ ਲਈ ਹੋਈ ਵੀ ਭਾਈ ਵਿਗੜੇ ਸਹੀ ਕਰਨੇ ਆ ਜੀ। ਸੋ ਜਿਹੜਾ ਤੁਹਾਡੇ ਕੋਲ ਉਹਨੂੰ ਠੀਕ ਹੋਇਆ ਉਹਨੇ ਅੱਗੇ ਵੀ ਨਹੀਂ ਹੋਣਾਗਾ, ਭਾਵੇਂ ਮੁੰਡਾ ਤੇ ਭਾਵੇਂ ਕੁੜੀ ਆ ਜੀ। ਹਰਮਨ ਜੀ, ਤੁਹਾਨੂੰ ਪਤਾ ਵੀ ਭਾਵੇਂ ਸੰਕਟ ਦਾ ਮੌਕਾ ਰਿਹਾ ਕਰੋਨਾ ਮਹਾਮਾਰੀ ਦੇ ਵਿੱਚ, ਭਾਵੇਂ ਹੋਰ ਸਮੇਂ ਦੇ ਉੱਤੇ ਬਹੁਤ ਸਾਰੀਆਂ ਪ੍ਰਸਥਿਤੀਆਂ ਆਈਆਂ, ਹਾਲਾਤ ਬਦਲੇ ਆ, ਪਰ ਸਰਕਾਰਾਂ ਨੇ ਕਿੰਨਾ ਰੁਪਈਆ ਕਮਾਇਆ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਉੱਤੇ। ਐਕਸਾਈਜ਼ ਡਿਊਟੀ ਵਧਾ ਕੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣ ਦੇ ਕਰਕੇ ਤੁਸੀਂ ਹੈਰਾਨ ਰਹਿ ਜਾਣਾ। ਸਰਕਾਰਾਂ ਤਾਂ ਇਹ ਗੱਲ ਕਹਿ ਕੇ ਪੱਲਾ ਝਾੜ ਲੈਣਗਾ ਵੀ ਤੇਲ ਕੰਪਨੀਆਂ ਸਾਡੇ ਕਾਬੂ ਦੇ ਵਿੱਚ ਨਹੀਂ ਜੀ, ਤੇ ਜੇਕਰ ਕਾਬੂ ਦੇ ਵਿੱਚ ਨਹੀਂ ਫਿਰ ਜੀਐਸਟੀ ਦੇ ਦਾਇਰੇ ਦੇ ਵਿੱਚ ਕਿਉਂ ਨਹੀਂ ਲੈ ਕੇ ਆਉਂਦੇ? ਫਿਰ ਕੀਮਤਾਂ ਇਕਸਾਰ ਹੋ ਜਾਣਗੀਆਂ ਤੇ ਇਹ ਗੱਲ ਤੁਹਾਨੂੰ ਵੀ ਚੁਭੂਗੀ ਸਰਕਾਰਾਂ ਨੂੰ, ਕਿਉਂਕਿ ਤੁਸੀਂ ਤਾਂ ਰੁਪਈਏ ਕਮਾਉਣੇ ਆ। ਜੇ ਤਾਂ ਸੂਬੇ ਦੀ ਸਰਕਾਰ ਨੂੰ ਕਹੇ ਆਪਦੇ ਹਿੱਸੇ ਦਾ ਵੈਟ ਅੜਾ ਦਿਓ, ਉਹ ਕਹਿੰਦੇ ਨੇ ਕੇਂਦਰ ਦਾ ਕੰਮ ਆ, ਤੇ ਕੇਂਦਰ ਨੂੰ ਕਹਿੰਦੇ ਸੂਬਾ ਅੜਾ ਦੇਵੇ। ਤੇ ਮਤਲਬ ਇਹ ਵੀ ਪਿਛੜੇ ਲੋਕ ਹੀ ਆ ਤੇ ਭਾਰਤ ਦੇ ਗੈਰਤਮੰਦ ਲੋਕ ਨੇ ਜਿਹੜੇ, ਉਹਨਾਂ ਦੇ ਵਿੱਚੋਂ 1% ਵੀ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਦੇ ਖਿਲਾਫ ਸੜਕਾਂ ਦੇ ਉੱਤੇ ਨਹੀਂ ਆਏ। 1%। 130 ਕਰੋੜ ਤੋਂ ਵੱਧ ਦੀ ਆਬਾਦੀ ਹੈ ਭਾਰਤ ਦੀ, ਤੇ 1% ਵੀ ਸੜਕਾਂ ਦੇ ਉੱਤੇ ਕਦੇ ਦੇਖੇ ਨਹੀਂ ਵੀ ਇਹ ਇੱਕ ਹਫ਼ਤੇ ਦੇ ਲਈ ਆਏ ਬੈਠੇ ਆ। ਇਹਨਾਂ ਦੀ ਤੇਲ ਕੀਮਤਾਂ ਕਰਕੇ ਚੀਕ ਨਿਕਲੀ ਹੋਵੇ, ਇਹ ਬਰਦਾਸ਼ਤ ਕਰਦੇ ਆ ਤੇ ਬਰਦਾਸ਼ਤ ਕਰਨ ਵਾਲਿਆਂ ਦੇ ਉੱਤੇ ਭਾਰ ਇਵੇਂ ਹੀ ਪੈਂਦੇ ਹੁੰਦੇ ਜਿਵੇਂ ਕਿ ਹੁਣ ਪੈ ਰਹੇ ਆ। ਇਸ ਸਾਲ ਦੇ ਵਿੱਚ ਯਾਨੀ ਕਿ 2021 ਦੇ ਵਿੱਚ ਹੁਣ ਤੱਕ 63 ਵਾਰ ਪੈਟਰੋਲ ਦੀ ਕੀਮਤ ਦੇ ਵਿੱਚ ਵਾਧਾ ਹੋਇਆ। 63 ਵਾਰ ਜੀ। ਇਹ ਉਹੀ ਸਰਕਾਰ ਆ ਜਿਹੜੀ ਕਹਿੰਦੀ ਹੁੰਦੀ ਸੀ 2014 ਦੇ ਵਿੱਚ ਕਿ ਤੇਲ की कीमतों में तो कटौती करनी चाहिए, 35 रुपए लीटर। मनमोहन सिंह की सरकार ने तो लोगों का जुलूस निकाल दिया ਤੇ ਹੁਣ 63 ਵਾਰ ਇਸ ਸਾਲ ਦੇ ਵਿੱਚ ਯਾਨੀ ਕਿ ਪਹਿਲੇ 6-7 ਮਹੀਨਿਆਂ ਦੇ ਵਿੱਚ ਵਾਧਾ ਹੋ ਗਿਆ ਤੇ ਸਿਰਫ 4 ਵਾਰ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋਈ ਆ ਤੇ 63 ਵਾਰ ਵਾਧਾ ਹੋਇਆ। ਬਿਲਕੁਲ। ਤੇ ਉਸ ਤੋਂ ਅੱਗੇ ਜੇ ਵਧੀਏ ਤਾਂ 1 ਜਨਵਰੀ ਤੋਂ 9 ਜੁਲਾਈ ਤੱਕ ਦੇ ਅੰਕੜੇ ਸਾਹਮਣੇ ਆਏ ਨੇ, ਜਿਹਦੇ 'ਚ ਡੀਜ਼ਲ ਵੀ 61 ਵਾਰ ਉਹਦੀ ਕੀਮਤ ਦੇ ਵਿੱਚ ਵਾਧਾ ਹੋਇਆ ਤੇ 4 ਵਾਰ ਜਿਹੜੀ ਆ ਉਹਦੀ ਕੀਮਤ ਘਟੀ ਸੀ। ਠੀਕ ਹੈ। ਉਸ ਤੋਂ ਬਾਅਦ ਪਿਛਲੇ 3 ਸਾਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਰਿਪੋਰਟ ਇਹ ਕਹਿੰਦੀ ਹੈ ਕਿ 2018-19 ਦੇ ਦੌਰਾਨ ਤਕਰੀਬਨ 148 ਵਾਰ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਸੀ। ਤੇ ਇਹ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸਿਲੰਡਰ ਸਸਤਾ ਦੇਵਾਂਗੇ, ਅਸੀਂ ਤੁਹਾਨੂੰ ਰਸੋਈ ਗੈਸ ਦੀਆਂ ਕੀਮਤਾਂ ਦੀ ਦਿੱਕਤ ਨਹੀਂ ਆਉਣ ਦਿੰਦੇ, ਤੁਹਾਡੇ ਖਾਤੇ 'ਚ ਰੁਪਈਏ ਆਇਆ ਕਰਨਗੇ, ਪੈਟਰੋਲ ਡੀਜ਼ਲ ਸਸਤਾ ਹੋ ਜੂ, ਸਰੋਂ ਦੇ ਤੇਲ ਦੀਆਂ ਕੀਮਤਾਂ ਤਾਂ ਬਾਹਲੀਆਂ ਥੱਲੇ ਆ ਜਾਣੀਆਂ। ਬਸ ਆ ਗਈਆਂ। ਉਸ ਤੋਂ ਬਾਅਦ 19-20 ਦੇ ਵਿੱਚ 99 ਵਾਰ ਕੀਮਤਾਂ ਵਧੀਆਂ ਨੇ ਪੈਟਰੋਲ ਦੀਆਂ, ਫਿਰ 2021 ਦੇ ਵਿੱਚ 76 ਵਾਰ ਇਹ ਕੀਮਤਾਂ ਜਿਹੜੀਆਂ ਨੇ ਉਹ ਵਧੀਆਂ ਨੇ, ਔਰ 3.34 ਯਾਨੀ ਤਕਰੀਬਨ 3.25 ਲੱਖ ਕਰੋੜ ਰੁਪਈਆ ਸਰਕਾਰ ਕਮਾ ਚੁੱਕੀ ਹੈ। ਮਤਲਬ ਇਹ ਹੈ ਜੀ ਕਿ 3.25 ਲੱਖ ਕਰੋੜ ਰੁਪਏ ਤੋਂ ਵੱਧ ਜਦੋਂ ਪੈਸੇ ਕਮਾਏ ਜਾਣ ਐਕਸਾਈਜ਼ ਡਿਊਟੀ ਦੇ ਰਾਹੀਂ, ਬਾਕੀ ਹੋਰ ਵੱਖ-ਵੱਖ ਤਰੀਕਿਆਂ ਦੇ ਰਾਹੀਂ ਪੈਟਰੋਲ ਤੇ ਡੀਜ਼ਲ ਤੋਂ, ਤੇ ਨੰਗ ਫੇਰਾਂ ਸੀ ਸਰਕਾਰ ਫੇਰ ਉਹੋ ਜਿਹੀ ਦੀ ਉਹੋ ਜਿਹੀ, ਤੇ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਸ਼ਹਿਰਾਂ ਦੇ ਵਿੱਚ ਸਹੂਲਤਾਂ ਫੇਰ ਹੈ ਨਹੀਂ। ਇਹਨਾਂ ਨੇ ਲੈਣੇ ਹੁਣ ਹੈਲੀਕਾਪਟਰ ਸਾਰਾ ਕੁਝ ਹੈਗਾ,
ਤਨਖਾਹਾਂ ਭੱਤੇ ਵਧਾਉਣੇ ਹੁਣ ਸਾਰਾ ਕੁਝ ਹੈਗਾ, ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਸਾਰਾ ਕੁਝ ਕੱਢ ਲਓ, ਪਰ ਲੋਕਾਂ ਨੂੰ ਕੁਝ ਦੇਣਾ ਨਾ ਪੈ ਜੇ। ਰੁਪਈਆ ਇੱਕ ਨਹੀਂ ਦੇ ਕੇ ਕੋਈ ਕਿਸੇ ਨੂੰ ਰਾਜ਼ੀ ਜੀ। ਤੇ ਜੇਕਰ ਲੈਣਾ ਤੇ ਫਿਰ ਇਧਰੋਂ ਵੀ ਲੈ ਲਓ, ਇਧਰੋਂ ਵੀ ਲੈ ਲਓ, ਇਧਰੋਂ ਵੀ ਲੈ ਨਹੀਂ ਲਓ। ਬੜੀ ਹੁੰਦੀ ਹੈ ਟਾਣਾ ਸਾਹਿਬ, ਉਦਾਂ ਤਾਂ ਕਹਿੰਦੇ ਵਿਰੋਧੀ ਧਿਰ ਹੁੰਦੀ ਹੈ ਕਿ ਇੱਕ ਸੱਤਾ ਧਿਰ ਹੁੰਦੀ ਹੈ, ਤੇ ਜਦੋਂ ਇਹਨਾਂ ਦੀਆਂ ਆਪਣੀਆਂ ਤਨਖਾਹਾਂ ਭੱਤਿਆਂ ਦੇ ਵਿੱਚ ਵਾਧਾ ਹੁੰਦਾ ਤਾਂ ਕੋਈ ਨਹੀਂ ਕਹਿੰਦਾ ਵੀ ਨਹੀਂ ਨਹੀਂ ਸਾਨੂੰ ਵਾਧਾ ਨਹੀਂ ਚਾਹੀਦਾ, ਤੁਸੀਂ ਲੋਕਾਂ ਦੇ ਲਈ ਇਹ ਪੈਸਾ ਖਰਚ ਦਿਓ। ਉਦੋਂ ਇੱਕ ਮਤ ਹੋ ਜਾਂਦੇ ਨੇ, ਫੱਟ ਮਤੇ ਵੀ ਪਾਸ ਹੋ ਜਾਂਦੇ ਨੇ, ਤੇ ਉਦੋਂ ਸਭ ਕੁਝ ਇਉਂ ਹੀ ਚੱਲਦਾ ਹੈ। ਉਹ ਅਸੀਂ ਵਿਰੋਧੀ ਧਿਰਾਂ ਤੇ ਅਸੀਂ ਸੱਤਾ ਧਿਰਾਂ, ਕੋਈ ਨਹੀਂ ਕਿਸੇ ਦਾ ਹੈਗਾ। ਆਮ ਲੋਕ ਜਿਹੜੇ ਨੇ ਉਹ ਵਿਚਾਰੇ ਪਿਸਦੇ ਹੀ ਪਿਸਦੇ ਨੇ, ਉਹਨਾਂ ਨੂੰ ਇਹ ਸਭ ਕੁਝ ਦੇ ਨਾਲ ਨਜਿੱਠਣਾ ਹੀ ਪੈਂਦਾ, ਉਹ ਜੋ ਮਰਜ਼ੀ ਕਰ ਲੈਣ। ਬਿਲਕੁਲ ਸਹੀ ਹੈ ਨਾ। ਨਾਲੇ ਗੱਲ ਇਹ ਹੈ ਨਾ ਕਿ ਸਿਆਣੇ ਕਹਿੰਦੇ ਹੁੰਦੇ ਆ ਵੀ ਕਿਸੇ ਦੀ ਜੇਬ ਹੋਵੇ ਉਹ ਚ ਨੋਟ ਹੋਣ ਤੇ ਹੱਥ ਮੇਰਾ ਹੋਵੇ ਤੇ ਮੈਂ ਖਰਚੀ ਜਾਵਾਂ, ਉਹ ਹਾਲ ਸਰਕਾਰ ਦਾ ਹੈ। ਅਗਲੇ ਕਹਿੰਦੇ ਵੀ ਠੀਕ ਆ ਤੁਸੀਂ ਟੈਕਸ ਦੇਈ ਚੱਲੋ ਤੇ ਅਸੀਂ ਖਰਚੀ ਜਾਂਦੇ ਆ, ਤੁਹਾਡਾ ਕੰਮ ਹੀ ਇਹ ਬਣੂ ਕਿ ਸਾਡੇ ਦੇਸ਼ ਦਾ। ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ, ਜਿਹੜਾ ਬੰਦਾ ਸਵੇਰ ਤੋਂ ਲੈ ਕੇ ਆਥਣ ਤੱਕ ਪੈੜ ਦੇ ਉੱਤੇ ਖੜਦਾ, ਜਾਂ ਰਿਕਸ਼ਾ ਚਲਾਉਂਦਾ, ਜਾਂ ਰੇਹੜੀ ਲਾਉਂਦਾ, ਜਾਂ ਕੋਈ ਵੀ ਹੋਰ ਮਜ਼ਦੂਰੀ ਕਰਦਾ, ਉਹ ਬੰਦਾ ਜਿਹੜਾ ਕਿ ਦਿਨ ਦਾ 400-500 ਰੁਪਈਆ ਕਮਾਉਂਦਾ, ਉਹਦਾ ਕੀ ਬਣਦਾ ਹੋਊਗਾ? ਉਹ ਆਪਣੇ ਬੱਚਿਆਂ ਦੀ ਫੀਸ ਕਿਵੇਂ ਦਿੰਦਾ ਹੋਊਗਾ? ਉਹ ਬਿਜਲੀ ਦਾ ਬਿੱਲ ਕਿਵੇਂ ਦਿੰਦਾ ਹੋਊਗਾ? ਉਹ ਬਾਜ਼ਾਰ ਦੇ ਵਿੱਚੋਂ ਆਟਾ ਕਿਵੇਂ ਲੈਂਦਾ ਹੋਊਗਾ? ਉਹ ਕਿਵੇਂ ਆਪਦੀ ਸਕੂਟਰੀ ਦੇ ਵਿੱਚ ਤੇਲ ਪਾਉਂਦਾ ਹੋਊਗਾ? ਵੀ ਸ਼ਰਮੀ ਲਾਤੀ ਸਰਕਾਰਾਂ ਨੇ। ਬਣੂਗਾ ਕੀ ਦੇਸ਼ ਦਾ? ਕਦੇ ਇਹ ਸੋਚੋ, ਧਰਮ ਦੇ ਨਾਂ ਦੇ ਉੱਤੇ ਇਹਨੇ ਐ ਸਰਕਾਰ ਬਣਾ ਲੈਣੀ ਆ, ਉਹ ਧਰਮ ਚੰਗਾ, ਆਹ ਧਰਮ ਇਦਾਂ, ਆਹ ਧਾਰਮਿਕ ਅਦਾਰਾ ਇਦਾਂ ਹੋ ਗਿਆ, ਆਹ ਹੋ ਗਿਆ। ਲੜਾਈ ਲੜਨੀ ਬੰਦ ਕਰੀਏ। ਜਿਹੜੇ ਸਾਡੇ ਆਰਥਿਕਤਾ ਦੇ ਮਸਲੇ ਆ ਨਾ, ਪਹਿਲਾਂ ਉਹਦੇ ਵਾਸਤੇ ਲੜਾਈ ਲੜੀਏ ਜੀ। ਉਹਦੇ ਲਈ ਵੀ ਇੱਕਜੁੱਟ ਇੱਕ ਮਤ ਹੋਈ ਹੈ, ਆਪਣੀ ਆਰਥਿਕਤਾ ਦੇ ਲਈ ਵੀ ਸਾਨੂੰ ਇਕੱਠਿਆਂ ਹੋਣਾ ਚਾਹੀਦਾ ਹੈ। ਬਾਕੀ ਸਾਰੇ ਮਸਲੇ ਬਾਅਦ ਚ ਨੇ। ਜਾਤ ਤੇ ਧਰਮ ਦੇ ਉੱਤੇ ਆਧਾਰਿਤ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ, ਕੰਮ ਦੇ ਉੱਤੇ ਆਧਾਰਿਤ ਪੈਣੀਆਂ ਚਾਹੀਦੀਆਂ ਵੀ ਤੁਹਾਡੀ ਜ਼ਿੰਦਗੀ ਸੁਖਾਵੀਂ ਕਿੰਨੀ ਕੁ ਹੋਈ ਹੈ। ਬਿਲਕੁਲ ਸਹੀ। ਧਰਮ ਨੂੰ ਕੋਈ ਖਤਰਾ ਨਹੀਂ, ਜਾਤ ਪਾਤ ਭਾਰਤ ਦੇ ਵਿੱਚੋਂ ਖਤਮ ਹੋਣੀ ਚਾਹੀਦੀ ਹੈ। ਇਹੀ ਦੋਵੇਂ ਚੀਜ਼ਾਂ ਵਖਰੇਵਿਆਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਤੇ ਨੇਤਾਵਾਂ ਦੀਆਂ ਖੜੀਆਂ ਕੀਤੀਆਂ ਹੋਈਆਂ। ਸੋ ਭਾਰਤ ਦੇ ਲੋਕ ਜਾਗਣ ਤੇ ਮਸਲਿਆਂ ਦਾ ਹੱਲ ਹੋਵੇ। ਬਿਲਕੁਲ ਸਹੀ। ਸੋਚ ਬਦਲੋ, ਜਹਾਨ ਜ਼ਰੂਰ ਬਦਲੇਗਾ। ਬਾਕੀ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ।